ਮੇਲ ਲਹਿੋ ਦਇਆਲ, ਤਹਿ ਪਏ ਦੁਆਰਿਆ। ਰਖ ਲੇਵਹੁ ਦੀਨ ਦਇਆਲ, ਹਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ, ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਇ, ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੁ ਦਇਆਲ, ਸਾਗਰ ਸੰਸਾਰਿਆ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੁਮ ਦਾਤਾ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜ ਨਿਵਾਜੇ। ਜੀਉ ਪਿੰਡ ਤੇ ਪ੍ਰਾਨਾ, ਨਿਰਗੁਣਿਆਰੇ ਗੁਣ ਨਹੀਂ ਕੋਈ। ਤੁਮ ਦਾਨ ਦੇਹੋ ਮਿਹਰਬਾਨਾ, ਤੁਮ ਨਿਧਾਨ ਅਟਲ ਸੁਲਤਾਨ। ਜੀ ਜੰਤ ਸਭ ਜਾਚੈ, ਕਹੋ ਨਾਨਕ ਹਮ ਇਹੈ ਹਵਾਲਾ। ਰਾਗ ਸੰਤਨ ਕੈ ਪਾਛੈ, ਕੁਚਲ ਕਠੋਰ ਕਪਟ ਕਾਮੀ। ਜਿਉ ਜਾਣਹਿ ਤਿਉ ਤਾਰ ਸੁਆਮੀ, ਤੂੰ ਸਮਰੱਥ ਸਰਨ ਜੋਗ ਤੂੰ। ਰਖ ਹੈ ਆਪਣੀ ਕਲ ਧਾਰ, ਜਾਪ ਤਾਪ ਨੇਮ ਸੁਚ ਸੰਜਮ। ਨਾਹੀ ਇਨ ਬਿਦੇ ਛੁਟਕਾਰ, ਗਰਤ ਘੋਰ ਅੰਧ ਤੇ ਕੱਢੋ। ਪ੍ਰਭ ਨਾਨਕ ਨਦਰ ਨਿਹਾਰ, ਹਉ ਅਪਰਾਧੀ ਗੁਨਹਗਾਰ। ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹਉ। ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ। ਠਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ। ਅਹੰਕਾਰ ਕਰੰਦਾ, ਵਿਸਾਸ ਘਾਤੀ ਅਕਿਰਤ ਘਣ। ਮੈਂ ਕੋ ਨ ਰਖੰਦਾ, ਸਿਮਰ ਮੁਰੀਦਾ ਢਾਡੀਆ। ਸਤਿਗੁਰ ਬਖਸ਼ੰਦਾ, ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ। ਬਰਨਸ ਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਝੜ ਜਾਇ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਜਾਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਜਾਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਮਸਤੰ ਸੋ ਏਕੈ, ਨਮਸਤੰ ਅਨੇਕੈ। ਨਮਸਤੰ ਅਭੂਤੇ, ਨਮਸਤੰ ਅਜੂਪੇ। ਨਮਸਤੰ ਸੋ ਏਕੈ, ਨਮਸਤੰ ਅਨੇਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਸਾਜੀ ਔਰ ਨਿਵਾਜੀ। ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ। ਆਪ ਜੀ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਰਸਮਈ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ। ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਨਾ ਕੀਤੇ ਨੇ। ਸੋ ਆਓ ਹੁਣ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਲੜੀਵਾਰ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਜੋ ਸਤਿਗੁਰਾਂ ਨੇ ਕਿਰਪਾ ਕਰਕੇ ਜਾਪ ਸਾਹਿਬ ਦੀ ਕਥਾ ਪ੍ਰਾਰੰਭ ਕਰਵਾਈ ਹੈ, ਸੋ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਜੀ ਦੀ ਅਗਾਧ ਬੋਧ ਬਾਣੀ ਦੀ ਕਥਾ ਆਪ ਹੀ ਰਸਨਾ 'ਤੇ ਵਸ ਕੇ ਕਰਵਾ ਲਵੋ। ਸਤਿਗੁਰੂ ਜੀ ਕਿਰਪਾ ਕਰਨ, ਆਪ ਹੀ ਗੁਰਬਾਣੀ ਦੇ ਅਰਥ ਕਰਵਾ ਲੈਣ ਅਤੇ ਹਿਰਦੇ ਵਿੱਚ ਵਸਾ ਦੇਣ। ਕੱਲ੍ਹ ਦੀ ਕਥਾ ਵਿੱਚ ਆਪਾਂ ਨੇ ਸਰਵਣ ਕਰਨਾ ਕੀਤਾ ਸੀ, ਜੋ ਭੁਜੰਗ ਪ੍ਰਿਆਤ ਛੰਦ ਆਰੰਭ ਹੋਇਆ ਹੈ। ਅਨੇਕਾਂ ਵਾਰ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਨਿਰਗੁਣ ਸਰੂਪ ਦੀ ਮਹਿਮਾ ਉਸਤਤੀ ਕੀਤੀ ਹੈ ਕਿ ਜੋ ਕਾਲ ਤੋਂ ਵੀ ਰਹਿਤ ਹੈ, ਜੋ ਸਾਰਿਆਂ ਦਾ ਕਾਲ ਕਰਨ ਵਾਲਾ ਹੈ, ਉਸ ਨੂੰ ਨਮਸਕਾਰ ਹੈ। ਜੋ ਸਾਰਿਆਂ 'ਤੇ ਕਿਰਪਾ ਕਰਨ ਵਾਲਾ ਹੈ, ਜੋ ਕਿਰਪਾ ਦਾ ਘਰ ਹੈ, ਜੋ ਭੇਖਾਂ ਵਿੱਚ ਨਹੀਂ ਆਉਂਦਾ, ਜੋ ਰੋਗਾਂ ਤੋਂ ਰਹਿਤ ਹੈ, ਜਿਸ ਦਾ ਕੋਈ ਨਾਮ ਨਹੀਂ ਹੈ, ਜਿਸ ਨੂੰ ਕੋਈ ਕਰਮ ਨਹੀਂ ਕਰਨਾ ਪੈਂਦਾ, ਜਿਸ ਦਾ ਕੋਈ ਘਰ ਕੋਈ ਥਾਂ ਟਿਕਾਣਾ ਨਹੀਂ ਹੈ, ਭਾਵ ਕਿ ਸਾਰਿਆਂ ਵਿੱਚ ਉਹ ਵਿਆਪਕ ਹੈ, ਉਹ ਸਾਰੀਆਂ ਥਾਵਾਂ ਵਿੱਚ ਹੈ, ਉਹ ਜਿੱਤਣ ਤੋਂ ਰਹਿਤ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਹੈ, ਨਾ ਹੀ ਉਸ ਨੂੰ ਕੋਈ ਕੱਟ ਸਕਦਾ ਹੈ, ਨਾ ਹੀ ਉਸ ਨੂੰ ਕੋਈ ਭੰਨ ਸਕਦਾ ਹੈ, ਬਲਕਿ ਸਾਰਿਆਂ ਨੂੰ ਕੱਟਣ ਵਾਲਾ ਭੰਨਣ ਵਾਲਾ ਉਹ ਪਰਮਾਤਮਾ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਹੈ, ਜਿਸ ਦਾ ਕੋਈ ਪਾਰਾਵਾਰ ਨਹੀਂ ਹੈ, ਜੋ ਉਦਾਰ ਦਿਲ ਹੈ, ਜੋ ਸਾਰਿਆਂ 'ਤੇ ਕਿਰਪਾ ਕਰਨ ਵਾਲਾ ਹੈ। ਸੋ ਕੱਲ੍ਹ ਸਤਿਗੁਰਾਂ ਦੀ ਕਿਰਪਾ ਨਾਲ ਭੁਜੰਗ ਪ੍ਰਿਆਤ ਛੰਦ ਦੀਆਂ 8 ਪੌੜੀਆਂ ਕੀਤੀਆਂ ਸੀ। ਸੋ ਅੱਗੇ ਹੁਣ ਸਤਿਗੁਰੂ ਜੀ ਕਿਰਪਾ ਕਰਨਾ ਕਰਦੇ ਹਨ। ਵਾਹਿਗੁਰੂ ਸਾਹਿਬ ਜੀਓ। ਨਮਸਤੰ ਸੋ ਏਕੈ। ਨਮਸਤੰ ਸੋ ਏਕੈ। ਕਈ ਇਸ ਨੂੰ ਸੱਸੇ ਨੂੰ ਹੋੜਾ ਲਾ ਕੇ ਪੜ੍ਹਦੇ ਨੇ ਸੋ, ਪਰ ਇੱਥੇ ਸਤਿਗੁਰਾਂ ਨੇ ਲਿਖਿਆ ਹੈ ਸੱਸੇ ਨੂੰ ਔਂਕੜ। ਇੱਕ ਦੀਰਘ ਅੱਖਰ ਹੁੰਦੇ ਨੇ, ਇੱਕ ਲਘੂ ਅੱਖਰ ਹੁੰਦੇ ਨੇ। ਦੀਰਘ ਅੱਖਰ ਜਿਨ੍ਹਾਂ ਦੀ ਆਵਾਜ਼ ਲੰਬੀ ਜਾਂਦੀ ਹੈ ਅਤੇ ਲਘੂ ਅੱਖਰ ਹੁੰਦੇ ਨੇ ਜਿਨ੍ਹਾਂ ਦੀ ਆਵਾਜ਼ ਛੋਟੀ ਰਹਿੰਦੀ ਹੈ। 3 ਲਘੂ ਅੱਖਰ ਹੁੰਦੇ ਨੇ, ਇੱਕ ਔਂਕੜ, ਇੱਕ ਮੁਕਤਾ ਅਤੇ ਇੱਕ ਸਿਹਾਰੀ। ਹੁਣ ਇੱਥੇ ਲਘੂ ਅੱਖਰ ਲੱਗਿਆ ਹੈ ਸੱਸੇ ਨੂੰ ਔਂਕੜ, ਜਿਹਦੀ ਆਵਾਜ਼ ਛੋਟੀ ਰਹੇਗੀ। ਨਮਸਤੰ ਸੋ ਏਕੈ। ਜੋ ਪਰਮਾਤਮਾ ਉਹ ਇੱਕੋ ਇੱਕ ਰੂਪ ਹੈ, ਜੁਗ ਜੁਗ ਏਕੋ ਵੇਸ। ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਨਮਸਤੰ ਸੋ ਏਕੈ। ਸੋ ਭਲੀ ਪ੍ਰਕਾਰ ਉਹ ਇੱਕੋ ਇੱਕ ਸਰੂਪ ਹੈ, ਉਹ ਇੱਕ ਭਗਤੀ ਦੇ ਵਸ ਹੈ। ਤੂੰ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ। ਜਿਹੜਾ ਵੀ ਉਸ ਦਾ ਨਾਮ ਜਪਦਾ ਹੈ, ਉਸ ਦੀ ਭਗਤੀ ਕਰਦਾ ਹੈ, ਉਹ ਵੀ ਉਸ ਵਿੱਚ ਅਭੇਦ ਹੋ ਕੇ ਇੱਕ ਰੂਪ ਹੋ ਜਾਂਦਾ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੇ ਸਮਾਹੇ। ਜਿਵੇਂ ਜਲ ਦੀਆਂ ਤਰੰਗਾਂ ਜਲ ਵਿੱਚ ਹੀ ਸਮਾ ਜਾਂਦੀਆਂ ਹਨ, ਐਸਾ ਜਿਹੜਾ ਪਿਆਰਾ ਗੁਰੂ ਦਾ, ਜਿਹੜਾ ਭਗਤ ਉਸ ਦਾ ਨਾਮ ਜਪਦਾ ਹੈ,
ਉਹ ਵੀ ਫਿਰ ਇੱਕ ਰੂਪ ਹੀ ਹੋ ਜਾਂਦਾ ਹੈ ਉਸ ਦਾ ਨਾਮ ਜਪ ਕੇ। ਆਪ ਤਾਂ ਇੱਕ ਰੂਪ ਹੈ ਹੀ, ਆਪਣੇ ਭਗਤਾਂ ਨੂੰ ਪਿਆਰਿਆਂ ਨੂੰ ਵੀ ਅਭੇਦ ਕਰਕੇ ਇੱਕ ਰੂਪ ਕਰ ਲੈਂਦਾ ਹੈ। ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮਸਤੰ ਅਨੇਕੈ। ਅਨੇਕੈ ਇੱਕ ਰੂਪ ਹੁੰਦਾ ਹੋਇਆ ਵੀ ਜੋ ਅਨੇਕ ਰੂਪ ਧਾਰ ਲੈਂਦਾ ਹੈ ਤਾਂ ਇੱਕ ਰੂਪ, ਪਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਜਿਵੇਂ ਬੀਜ ਹੁੰਦਾ ਹੈ ਨਾ, ਬੀਜ ਤੋਂ ਫਿਰ ਟਹਿਣੀਆਂ ਫੁੱਟਦੀਆਂ ਨੇ, ਫਿਰ ਫਲ ਜਾਂ ਫੁੱਲ ਲੱਗਦੇ ਨੇ, ਅਤੇ ਉਹਨਾਂ ਵਿੱਚ ਵੀ ਫਿਰ ਬੀਜ ਰੂਪ ਹੋ ਕੇ ਵਰਤਦਾ ਹੈ ਅਨੇਕੈ। ਬੀਜ ਤਾਂ ਇੱਕ ਹੈ, ਇੱਕ ਬੀਜ ਤੋਂ ਟਹਿਣੀ ਨਿਕਲੀ, ਫਿਰ ਫਲ ਨਿਕਲੇ, ਫੁੱਲ ਲੱਗੇ, ਫਲ ਹੋਏ, ਉਸ ਤੋਂ ਬਾਅਦ ਫਲਾਂ ਵਿੱਚ ਅਨੇਕਾਂ ਹੀ ਬੀਜ ਹੁੰਦੇ ਨੇ। ਐਸਾ ਪਰਮਾਤਮਾ ਹੋ ਜਾਂਦਾ ਹੈ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਆਪ ਜੀ ਅਨੇਕਾਂ ਰੂਪਾਂ ਵਿੱਚ ਹੋ ਕੇ ਵਰਤਦੇ ਹੋ। ਜਿਵੇਂ ਦ੍ਰਿਸ਼ਟਾਂਤ ਹੈ, ਆਪਾਂ 500 ਘੜਾ ਪਾਣੀ ਦਾ ਭਰ ਲਈਏ, ਜਦੋਂ ਰੱਖੀਏ ਰਾਤ ਨੂੰ, ਜਦੋਂ ਜਿਹੜਾ ਚੰਦ ਹੈ, ਚੰਦ ਇੱਕ ਹੈ, ਪਰ 500 ਘੜਿਆਂ ਵਿੱਚ ਉਸਦਾ ਅਕਸ ਵੱਖੋ ਵੱਖਰਾ ਦਿਖੇਗਾ। 500 ਘੜਿਆਂ ਵਿੱਚ ਪਾਣੀ ਭਰ ਕੇ ਰੱਖ ਲਈਏ, 500 ਦੇ 500 ਘੜਿਆਂ ਵਿੱਚ ਚੰਦ ਦਾ ਅਕਸ ਵੱਖੋ ਵੱਖਰਾ ਦਿਸੇਗਾ। ਇਸੇ ਤਰ੍ਹਾਂ ਪਰਮਾਤਮਾ ਇੱਕ ਹੈ, ਪਰ ਸਾਰਿਆਂ ਵਿੱਚ ਵੱਖੋ ਵੱਖਰਾ ਕਰਕੇ ਨਜ਼ਰ ਆਉਂਦਾ ਹੈ। ਕਿਸੇ ਵਿੱਚ ਤਾਂ ਰਜੋ ਗੁਣ ਹੈ, ਕਿਸੇ ਵਿੱਚ ਤਮੋ ਗੁਣ ਹੈ, ਕਿਸੇ ਵਿੱਚ ਸ਼ਾਂਤ ਗੁਣ ਹੈ, ਸਤੋ ਗੁਣ ਹੈ। ਜਿਵੇਂ ਆਪਾਂ ਘੜੇ ਨੂੰ ਭੰਨ ਦਈਏ, ਪਾਣੀ ਡੁੱਲ ਜਾਂਦਾ ਹੈ, ਸੁੱਕ ਜਾਂਦਾ ਹੈ, ਉਸਦੀ ਕੋਈ ਹੋਂਦ ਨਹੀਂ ਰਹਿੰਦੀ। ਐਸੇ ਤਰ੍ਹਾਂ ਜੇ ਪਰਮਾਤਮਾ ਆਪਣਾ ਅਕਸ ਖਿੱਚ ਲਵੇ ਤਾਂ ਇਹ ਜੀਵ ਵੀ ਨਾਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਅਨੇਕਾਂ ਹੀ ਰੂਪ ਹੋ ਕੇ ਪਰਮਾਤਮਾ ਉਹ ਜੀਵਾਂ ਵਿੱਚ ਵਸ ਰਿਹਾ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਨਮਸਤੰ ਅਭੂਤੇ। ਅਭੂਤੇ ਭੂਤ ਕਹਿੰਦੇ ਨੇ ਪ੍ਰਕਿਰਤੀ ਦੇ ਜੋ ਤੱਤ ਨੇ, ਤੱਤਾਂ ਦੇ ਕਾਰਜ ਤੋਂ ਰਹਿਤ ਹੈ। ਹੁਣ ਪ੍ਰਕਿਰਤੀ ਦੇ ਤੱਤ ਕਿਹੜੇ ਨੇ? ਜੋ 5 ਤੱਤ ਨੇ ਜਿਨ੍ਹਾਂ ਤੋਂ ਸਾਡਾ ਸਰੀਰ ਬਣਿਆ ਹੈ, ਸਾਡੇ ਸਰੀਰ ਦਾ ਨਿਰਮਾਣ ਹੋਇਆ ਹੈ। ਜਿਵੇਂ ਪ੍ਰਿਥਵੀ, ਅਗਨੀ, ਵਾਯੂ, ਜਲ ਆਦਿਕ ਅਤੇ ਆਕਾਸ਼। ਇਹ 5 ਤੱਤ ਨੇ ਜਿਨ੍ਹਾਂ ਤੋਂ ਸਾਡੇ ਸਰੀਰ ਦਾ ਨਿਰਮਾਣ ਹੋਇਆ ਹੈ, ਸਾਡਾ ਸਰੀਰ ਬਣਿਆ ਹੈ। ਮਹਾਰਾਜ ਕਹਿੰਦੇ ਆਪਣੇ ਨਿਰਗੁਣ ਸਰੂਪ ਦੀ ਮਹਿਮਾ ਕਰਦੇ ਨੇ, ਉਸਤਤੀ ਕਰਦੇ ਨੇ ਕਿ ਆਪ ਜੀ ਦਾ ਕੋਈ ਇੱਦਾਂ ਦਾ ਸਰੀਰ ਵੀ ਨਹੀਂ ਹੈ, ਭਾਵ ਕਿ ਇਹਨਾਂ ਤੱਤਾਂ ਤੋਂ ਆਪ ਜੀ ਰਹਿਤ ਹੋ। ਭੂਤੇ ਕਹਿੰਦੇ ਨੇ ਉਤਪਤੀ ਨੂੰ। ਸੱਚੇ ਪਾਤਸ਼ਾਹ ਜੀ ਆਪ ਜੀ ਉਤਪਤੀ ਤੋਂ ਰਹਿਤ ਹੋ, ਆਪ ਜੀ ਨੂੰ ਕੋਈ ਪੈਦਾ ਨਹੀਂ ਕਰ ਸਕਦਾ। ਭੂਤੇ ਆਪ ਜੀ ਅਸਚਰਜ ਰੂਪ ਹੋ, ਆਪ ਜੀ ਨੂੰ ਕੋਈ ਪੈਦਾ ਨਹੀਂ ਕਰ ਸਕਦਾ, ਉਤਪਤੀ ਤੋਂ ਆਪ ਜੀ ਰਹਿਤ ਹੋ। ਭੂਤੇ ਸਾਰਿਆਂ ਸਰੀਰਾਂ ਵਿੱਚ ਆਪ ਜੀ ਆਏ ਹੋਏ ਹੋ, ਸਰੀਰਾਂ ਤੋਂ ਰਹਿਤ ਵੀ ਹੋ। ਭੂਤੇ ਸਰੀਰ ਨੂੰ ਵੀ ਕਹਿੰਦੇ ਨੇ। ਆਪ ਜੀ ਸਰੀਰਾਂ ਤੋਂ ਰਹਿਤ ਵੀ ਹੋ ਅਤੇ ਸਾਰੇ ਸਰੀਰਾਂ ਵਿੱਚ ਆਪ ਜੀ ਆਏ ਹੋਏ ਹੋ। ਜੋ ਪ੍ਰਾਣਧਾਰੀ ਜੀਵ ਨੇ, ਜਿਨ੍ਹਾਂ ਵਿੱਚ ਪ੍ਰਾਣ ਹੈ, ਉਹਨਾਂ ਤੋਂ ਵੀ ਆਪ ਜੀ ਰਹਿਤ ਹੋ। ਆਪ ਜੀ ਐਸੇ ਅਸਚਰਜ ਹੋ। ਆਪ ਤਾਈਂ ਸੱਚੇ ਪਾਤਸ਼ਾਹ ਜੀਓ ਨਮਸਕਾਰ ਹੈ। ਨਮਸਤੰ ਅਜੂਪੇ। ਜੂਪੇ ਆਪ ਜੀ ਜੂਏ ਤੋਂ ਰਹਿਤ ਹੋ। ਆਪ ਜੀ ਵਿਸ਼ਿਆਂ ਰੂਪ ਜੂਏ ਤੋਂ ਰਹਿਤ ਹੋ। ਜੂਪੇ
ਜੂਪੇ ਅੱਜ ਨਾਮ ਹੈ ਬ੍ਰਹਮਾ ਦਾ, ਊਪੇ ਨਾਮ ਹੈ ਉਪਮਾ ਦਾ। ਜੋ ਬ੍ਰਹਮਾ ਹੈ ਉਹ ਵੀ ਆਪ ਜੀ ਦੀ ਉਪਮਾ ਕਰਦਾ ਹੈ। ਜਿਵੇਂ ਮੂਲ ਮੰਤਰ ਵਿੱਚ ਆਉਂਦਾ ਹੈ ਨਾ, ਅਜੂਨੀ। ਅੱਜ ਬ੍ਰਹਮਾ ਨੂੰ ਵੀ ਕਹਿੰਦੇ ਨੇ, ਅੱਜ ਮਾਇਆ ਨੂੰ ਵੀ ਕਹਿੰਦੇ ਨੇ। ਅੱਜ ਬ੍ਰਹਮਾ ਊਨੀ, ਬ੍ਰਹਮਾ ਵੀ ਉਸ ਤੋਂ ਘੱਟ ਹੈ, ਊਣਾ ਹੈ। ਆਪ ਜੀ ਦੀ ਜੋ ਉਪਮਾ ਹੈ ਉਹ ਬ੍ਰਹਮਾ ਵੀ ਕਰਦਾ ਹੈ। ਜੂਪੇ, ਜੂਪੇ ਅਰਥ ਹੈ ਜੁੜਨ ਦਾ। ਆਪ ਜੀ ਜੁੜਨ ਤੋਂ ਰਹਿਤ ਹੋ। ਆਪ ਜੀ ਕਿਸੇ ਨਾਲ ਜੁੜਦੇ ਨਹੀਂ। ਆਪ ਜੀ ਅਸੰਗ ਹੋ। ਐਸੇ ਪਰਮਾਤਮਾ ਹੈ ਅਕਾਲ ਪੁਰਖ, ਆਪ ਨੂੰ ਮੇਰੀ ਨਮਸਕਾਰ ਹੈ। ਨਮਸਤੰ ਨਿਰਕਰਮੇ। ਨਮਸਤੰ ਨਿਰਕਰਮੇ। ਆਪ ਜੀ ਸਰੀਰਕ ਦੇ ਕਰਮ ਕਾਂਡਾਂ ਤੋਂ ਵੀ ਰਹਿਤ ਹੋ। ਆਪ ਜੀ ਨੂੰ ਕੋਈ ਕਰਮ ਕਾਂਡ ਨਹੀਂ ਕਰਨੇ ਪੈਂਦੇ। ਨਿਰਵਿਸ਼ੇਸ਼ ਕਰਕੇ ਆਪ ਜੀ ਸਰੀਰਾਂ ਵਿੱਚ ਸਾਰਿਆਂ ਵਿੱਚ ਆਏ ਹੋਏ ਹੋ। ਸਰੀਰਾਂ ਦੇ ਕਰਮ ਕਾਂਡਾਂ ਤੋਂ ਰਹਿਤ ਵੀ ਹੋ ਅਤੇ ਸਾਰੇ ਸਰੀਰਾਂ ਵਿੱਚ ਆਪ ਜੀ ਆਏ ਹੋਏ ਵੀ ਹੋ। ਨਿਰਕਰਮੇ, ਆਪ ਜੀ ਕਾਮਨਾ ਤੋਂ ਰਹਿਤ ਹੋ। ਨਿਰਕਰਮੇ, ਆਪ ਜੀ ਕਾਮ ਆਦਿਕ ਜੋ ਦੋਸ਼ ਨੇ ਇਹਨਾਂ ਤੋਂ ਵੀ ਰਹਿਤ ਹੋ। ਐਸੇ ਆਪ ਜੀ ਪਰਮਾਤਮਾ ਹੋ, ਆਪ ਤਾਂ ਹੀ ਨਮਸਕਾਰ ਹੈ। ਆਪ ਜੀ ਨਿਰਕਰਮੇ, ਕਰਮ ਕਹਿੰਦੇ ਨੇ ਕੰਮ ਨੂੰ। ਆਪ ਜੀ ਕਿਸੇ ਦੇ ਕਾਮੇ ਵੀ ਨਹੀਂ ਹੋ, ਨਾ ਕਿਸੇ ਦੇ ਗੋਲੇ ਹੋ। ਜਿਵੇਂ ਆਪਾਂ ਘਰ ਵਿੱਚ ਨੌਕਰ ਰੱਖਦੇ ਹਾਂ ਨਾ, ਉਸ ਤੋਂ ਕੰਮ ਕਰਾਉਂਦੇ ਹਾਂ, ਉਸ ਤੋਂ ਹੋਰ ਕੁਛ ਕਰਾਉਂਦੇ ਹਾਂ, ਪਰ ਆਪ ਜੀ ਕਿਸੇ ਦੇ ਕਾਮੇ ਜਾਂ ਗੋਲੇ ਨਹੀਂ। ਪਰ ਆਪਣੇ ਭਗਤਾਂ ਦੇ ਕਾਰਜ ਵੀ ਕਰਦੇ ਹੋ। ਧੰਨੇ ਭਗਤ ਵਰਗਿਆਂ ਦੀਆਂ ਗਊਆਂ ਵੀ ਚਾਰਦੇ ਹੋ, ਪਰ ਆਪ ਜੀ ਭਗਤੀ ਦੇ ਵਸ ਹੋ। ਆਪ ਜੀ ਕਰਮਾਂ ਵਿੱਚ ਨਹੀਂ ਆਉਂਦੇ, ਸਰੀਰਕ ਕਰਮ ਕਾਂਡਾਂ ਵਿੱਚ ਨਹੀਂ ਆਉਂਦੇ। ਜੋ ਨਿਤ ਨਮਿਤ ਕਰਮ ਪ੍ਰਾਸ਼ਤ ਕਰਮ ਨੇ ਉਹਨਾਂ ਤੋਂ ਆਪ ਜੀ ਰਹਿਤ ਹੋ। ਸੱਚੇ ਪਾਤਸ਼ਾਹ ਜੀ, ਆਪ ਤਾਈ ਨਮਸਕਾਰ ਹੈ। ਨਮਸਤੰ ਨਿਰਭਰਮੇ। ਆਪ ਜੀ ਭਰਮ ਦੇ ਵੀ ਨਹੀਂ। ਹੁਣ ਸਾਨੂੰ ਤਾਂ ਕੋਈ ਭਰਮਾ ਸਕਦਾ ਹੈ, ਕੋਈ ਲਾਲਚ ਦੇ ਦਿੱਤਾ ਜਾਂ ਆਪਣੀ ਗੱਲਾਂ ਵਿੱਚ ਲਾ ਲਿਆ, ਆਪਾਂ ਨੂੰ ਕੋਈ ਭਰਮਾ ਸਕਦਾ ਹੈ, ਪਰ ਪਰਮਾਤਮਾ ਨੂੰ ਕੋਈ ਭਰਮਾ ਨਹੀਂ ਸਕਦਾ। ਨਿਰਭਰਮੇ, ਉਹ ਭਰਮ ਤੋਂ ਰਹਿਤ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਨਮਸਤੰ ਨਿਰਦੇਸੇ। ਆਪ ਜੀ ਦੇਸ਼ਾਂ ਤੋਂ ਰਹਿਤ ਹੋ। ਜਿਵੇਂ ਆਪਾਂ ਕਹਿੰਦੇ ਦੇਸ਼ ਕਾਲ ਵਸਤੂ ਪ੍ਰਛੇਦ ਹੈ। ਆਪ ਜੀ ਦੇਸ਼ਾਂ ਤੋਂ ਰਹਿਤ ਹੋ। ਆਪ ਜੀ ਦਾ ਕੋਈ ਦੇਸ਼ ਨਹੀਂ ਹੈ। ਜਿਵੇਂ ਆਪਾਂ ਇੰਡੀਆ ਵਿੱਚ ਇੱਥੇ ਰਹਿੰਦੇ ਹਾਂ ਜਾਂ ਕੋਈ ਬਾਹਰ ਅਮਰੀਕਾ ਵਿੱਚ ਰਹਿੰਦਾ ਹੈ, ਆਪ ਜੀ ਦਾ ਕੋਈ ਦੇਸ਼ ਨਹੀਂ ਹੈ, ਪਰ ਆਪ ਜੀ ਵਿਸ਼ੇਸ਼ ਕਰਕੇ, ਨਿਰਵਿਸ਼ੇਸ਼ ਕਰਕੇ ਸਾਰੇ ਦੇਸ਼ਾਂ ਵਿੱਚ ਆਏ ਹੋਏ ਹੋ। ਆਪ ਜੀ ਦਾ ਕੋਈ ਇੱਕ ਦੇਸ਼ ਨਹੀਂ ਹੈ, ਆਪ ਜੀ ਸਾਰੇ ਦੇਸ਼ਾਂ ਵਿੱਚ ਆਏ ਹੋਏ ਹੋ। ਦੇਸ਼, ਆਪ ਜੀ ਅੰਗਾਂ ਆਦਿਕਾਂ ਤੋਂ ਰਹਿਤ ਹੋ। ਜੋ ਦੇਸ਼ ਹੈ ਵਾ ਆਪ ਸਾਰੇ ਦੇਸ਼ਾਂ, ਭਾਵ ਕਿ ਸਾਰਿਆਂ ਦੇ ਹਿਰਦਿਆਂ ਵਿੱਚ ਆਏ ਹੋਏ ਹੋ। ਸੱਚੇ ਪਾਤਸ਼ਾਹ ਜੀ, ਆਪ ਤਾਈ ਮੇਰੀ ਨਮਸਕਾਰ ਹੈ। ਨਮਸਤੰ ਨਿਰਭੇਸੇ। ਆਪ ਜੀ ਭੇਖਾਂ ਵਿੱਚ ਵੀ ਨਹੀਂ ਆਉਂਦੇ, ਭਾਵ ਕਿ ਕਿਸੇ ਨੇ ਕੰਠੀ ਪਾਲੀ ਗਲ ਵਿੱਚ ਜਾਂ ਮਾਲਾ ਆਦਿਕ ਪਾ ਲਈ, ਜਾਂ ਕਿਸੇ ਨੇ ਸਰੀਰ 'ਤੇ ਭਸਮ ਲਗਾ ਲਈ, ਜਾਂ ਹੋਰ ਭੇਖ ਬਣਾ ਲਿਆ, ਜਾਂ ਕੰਨ ਵਿੱਚ ਮੁੰਦਰਾਂ ਪਾ ਲਈਆਂ, ਆਪ ਜੀ ਇਸੇ ਤਰ੍ਹਾਂ ਕਿਸੇ ਭੇਖ ਵਿੱਚ ਵੀ ਨਹੀਂ ਆਉਂਦੇ। ਨਿਰਭੇਸੇ, ਆਪ ਜੀ ਭੇਖ ਤੋਂ ਰਹਿਤ ਹੋ। ਆਪ ਜੀ ਤਾਈ ਮੇਰੀ ਨਮਸਕਾਰ ਹੈ। ਨਮਸਤੰ ਨਿਰਨਾਮੇ। ਆਪ ਜੀ ਨਾਮਾ ਆਦਿਕ ਤੋਂ ਰਹਿਤ ਹੋ। ਨਮਸਤੰ ਨਿਰਨਾਮੇ, ਬਲਕਿ ਜੋ ਆਮੇ ਹੈ, ਰੋਗਾਂ ਤੋਂ ਰਹਿਤ ਹੋ। ਆਮੇ ਕਹਿੰਦੇ ਨੇ ਰੋਗਾਂ ਨੂੰ। ਆਪ ਜੀ ਰੋਗਾਂ ਤੋਂ ਵੀ ਰਹਿਤ ਹੋ। ਆਪ ਤਾਈ ਮੇਰੀ ਨਮਸਕਾਰ ਹੈ। ਨਮਸਤੰ ਨਿਰਕਾਮੇ। ਆਪ ਜੀ ਕਾਮਨਾ ਤੋਂ ਰਹਿਤ ਹੋ। ਆਪ ਜੀ ਨੂੰ ਕੋਈ ਇੱਛਾ ਨਹੀਂ ਹੈ,
ਕਿ ਮੈਨੂੰ ਇਹ ਪਦਾਰਥ ਮਿਲ ਜਾਵੇ, ਮੈਨੂੰ ਧਨ ਪਦਾਰਥ ਮਿਲ ਜਾਵੇ। ਇੱਛਾ ਤਾਂ ਹੋਵੇ ਜੇ ਅਕਾਲ ਪੁਰਖ ਵਿੱਚ ਕੋਈ ਘਾਟ ਹੋਵੇ। ਉਹ ਤਾਂ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਟੋਟ ਨਾ ਆਵਈ, ਅਗਨਤ ਭਰੇ ਭੰਡਾਰ। ਉਹ ਤਾਂ ਸਾਰਿਆਂ ਨੂੰ ਦਿੰਦਾ ਹੈ, ਫਿਰ ਉਹਨੂੰ ਕਾਮਨਾ ਕਿਵੇਂ ਹੋ ਸਕਦੀ ਹੈ? ਉਹ ਕਾਮਨਾ ਤੋਂ ਰਹਿਤ ਹੈ। ਭਾਵ ਕਿ ਜੋ 5 ਵਿਕਾਰ ਨੇ ਜਿਨ੍ਹਾਂ ਵਿੱਚ ਕਾਮ ਹੈ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਉਸ ਨੂੰ ਕਾਮ ਆਦਿਕ ਵੀ ਨਹੀਂ ਛੋਹ ਸਕਦਾ। ਉਹ ਕਾਮ ਤੋਂ ਵੀ ਰਹਿਤ ਹੈ, ਵਿਸ਼ੇ ਵਿਕਾਰਾਂ ਤੋਂ ਰਹਿਤ ਹੈ। ਕਾਮ ਉਹ ਕਿਸੇ ਦਾ ਕਾਮਾ ਨਹੀਂ ਹੈ, ਕਿਸੇ ਦਾ ਗੋਲਾ ਨਹੀਂ ਹੈ। ਐਸਾ ਉਹ ਪਰਮਾਤਮਾ ਹੈ ਨਿਰਕਾਮੇ, ਨਾ ਕਾਮੰ ਨਾ ਕ੍ਰੋਧੰ। ਜਿਵੇਂ ਆਪਾਂ ਪੜ੍ਹਦੇ ਹਾਂ ਨਾ ਸਵਈਏ ਦੀਨਨ ਕੇ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਦੇਹ ਵਿਹੀਨ, ਦੇਹ ਤੋਂ ਰਹਿਤ ਹੈ। ਸਨੇਹ ਸਬੋ ਤਨ, ਨੇਹ ਬਿਰਕਤ ਅਗੇਹ ਅਸ਼ੈ ਹੈ। ਉਸ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਨਾ ਉਹਨੂੰ ਕਾਮ ਹੈ, ਨਾ ਕ੍ਰੋਧ ਹੈ, ਨਾ ਕਿਸੇ ਚੀਜ਼ ਦਾ ਲੋਭ ਹੈ, ਨਾ ਮੋਹ ਹੈ, ਨਾ ਹੰਕਾਰ ਹੈ। ਉਹ ਇਹਨਾਂ 5 ਦੋਸ਼ਾਂ ਤੋਂ ਰਹਿਤ ਹੈ, ਇਹਨਾਂ ਵਿਕਾਰਾਂ ਤੋਂ ਰਹਿਤ ਹੈ। ਹੇ ਪਰਮਾਤਮਾ, ਤੇਰੇ ਤਾਈ ਨਮਸਕਾਰ ਹੈ। ਨਮਸਤੰ ਨਿਰਧਾਤੇ। ਨਿਰਧਾਤੇ ਉਹ ਪਰਮਾਤਮਾ ਧੌਣ ਤੋਂ ਰਹਿਤ ਹੈ। ਜਿਵੇਂ ਆਪਾਂ ਕੋਈ ਕੰਮ ਧਾ ਕੇ ਕਰਦੇ ਹਾਂ ਨਾ, ਜ਼ੋਰ ਪਾ ਕੇ ਕਰਦੇ ਹਾਂ, ਉਹ ਪਰਮਾਤਮਾ ਨੂੰ ਕੁਛ ਵੀ ਕਰਨ ਲਈ ਕੋਈ ਧੌਣਾ ਨਹੀਂ ਪੈਂਦਾ ਜਾਂ ਕੋਈ ਜ਼ੋਰ ਨਹੀਂ ਲਾਉਣਾ ਪੈਂਦਾ। ਉਹ ਧੌਣ ਤੋਂ ਰਹਿਤ ਹੈ। ਵਾਹ ਧਾਤੇ ਕਹਿੰਦੇ ਨੇ ਮਾਇਆ ਨੂੰ। ਪਰਮਾਤਮਾ ਮਾਇਆ ਤੋਂ ਵੀ ਰਹਿਤ ਹੈ। ਹੁਣ ਧਾਤ ਕਹਿੰਦੇ ਨੇ ਜਿਵੇਂ 8 ਧਾਤਾਂ ਨੇ, ਮਾਸ ਹੋ ਗਿਆ, ਮਿੱਝ ਹੋ ਗਿਆ, ਰਗਤ ਹੋ ਗਿਆ, ਹੱਡੀਆਂ ਹੋ ਗਈਆਂ, ਜਿਨ੍ਹਾਂ ਤੋਂ ਆਪਣਾ ਸਰੀਰ ਬਣਿਆ ਹੈ। ਉਹ ਇਹਨਾਂ ਧਾਤਾਂ ਤੋਂ ਵੀ ਰਹਿਤ ਹੈ, ਬਲਕਿ ਸਾਰੀਆਂ ਇਹਨਾਂ ਵਿੱਚ ਆਇਆ ਹੋਇਆ ਵੀ ਹੈ, ਸਾਰਿਆਂ ਵਿੱਚ ਵਿਆਪਕ ਵੀ ਹੈ। ਨਿਰਧਾਤੇ ਜਿਵੇਂ 7 ਧਾਤਾਂ ਨੇ, ਸੋਨਾ ਚਾਂਦੀ ਹੋ ਗਿਆ, ਤਾਂਬਾ ਆਦਿਕ, ਜਿਸਤ ਹੋ ਗਈ, ਇਹ 7 ਧਾਤਾਂ ਨੇ। ਇਹਨਾਂ ਤੋਂ ਵੀ ਪਰਮਾਤਮਾ ਰਹਿਤ ਹੈ। ਧਾਤ ਕਹਿੰਦੇ ਨੇ ਜਿਵੇਂ ਕਿਸੇ ਨੂੰ ਧਾਤੂ ਰੋਗ ਹੋ ਜਾਂਦਾ ਹੈ, ਬੀਰਜ ਖਾਰਜ ਹੋ ਜਾਣਾ ਇਤਿਆਦਿਕ ਜੋ ਧਾਤੂ ਰੋਗ ਨੇ। ਸੱਚੇ ਪਾਤਸ਼ਾਹ ਜੀਓ ਇਹਨਾਂ ਤੋਂ ਵੀ ਆਪ ਰਹਿਤ ਹੋ। ਨਿਰਧਾਤੇ ਆਪ ਜੀ ਧੌਣ ਤੋਂ ਵੀ ਰਹਿਤ ਹੋ। ਆਪ ਜੀ ਤਾਈ ਨਮਸਕਾਰ ਹੈ। ਨਮਸਤੰ ਨਿਰਘਾਤੇ। ਨਿਰਘਾਤੇ ਆਪ ਜੀ ਨਾਸ਼ ਹੋਣ ਤੋਂ ਰਹਿਤ ਹੋ। ਆਪ ਜੀ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਸਾਰੀ ਤਰਫਾਂ ਸੇ ਆਪ ਰਹਿਤ ਹੋ। ਕਿਸੇ ਪ੍ਰਕਾਰ ਵੀ ਆਪ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਨਿਰਘਾਤੇ ਜਿਵੇਂ ਕੋਈ ਆਪਣੇ 'ਤੇ ਘਾਤ ਕਰਦਾ ਹੈ ਨਾ, ਜਾਂ ਕੋਈ ਵਾਰ ਕਰਦਾ ਹੈ, ਆਪ ਜੀ ਕਿਸੇ ਦੇ ਘਾਤੇ ਵਾਰ ਹੇਠ ਵੀ ਨਹੀਂ ਆਉਂਦੇ। ਆਪ ਜੀ ਨਿਰਘਾਤੇ ਹੋ, ਨਾਸ਼ ਹੋਣ ਤੋਂ ਰਹਿਤ ਹੋ, ਕਿਸੇ ਦੇ ਘਾਤੇ ਹੇਠ ਵੀ ਨਹੀਂ ਆਉਂਦੇ। ਆਪ ਤਾਈਂ ਸੱਚੇ ਪਾਤਸ਼ਾਹ ਜੀਓ ਨਮਸਕਾਰ ਹੈ। ਨਮਸਤੰ ਨਿਰਧੂਤੇ। ਧੂਤੇ ਕਹਿੰਦੇ ਨੇ ਬਿਪਤਾ ਨੂੰ। ਆਪ ਜੀ ਬਿਪਤਾ ਤੋਂ ਰਹਿਤ ਹੋ। ਆਪ ਜੀ 'ਤੇ ਕੋਈ ਸੰਕਟ ਨਹੀਂ ਆ ਸਕਦਾ। ਆਪਣੇ 'ਤੇ ਕਿੰਨੇ ਸੰਕਟ ਆਉਂਦੇ ਨੇ, ਕਿਸੇ ਨੂੰ ਬਿਮਾਰੀ ਲੱਗ ਗਈ, ਜਾਂ ਕਾਲ ਪੈ ਗਿਆ, ਜਾਂ ਕਿਸੇ ਨੂੰ ਜਮਾਂ ਦਾ ਹੀ ਡਰ ਬਿਪਤਾ ਬਣੀ ਰਹਿੰਦੀ ਹੈ, ਕਿੰਨੇ ਸੰਕਟ ਆਉਂਦੇ ਨੇ। ਪਰ ਸੱਚੇ ਪਾਤਸ਼ਾਹ ਜੀ ਆਪ ਜੀ ਨਿਰਧੂਤੇ। ਧੂਤੇ ਕਹਿੰਦੇ ਨੇ ਬਿਪਤਾ ਨੂੰ। ਆਪ ਜੀ ਬਿਪਤਾ ਤੋਂ ਵੀ ਰਹਿਤ ਹੋ। ਧੂਤੇ ਕਹਿੰਦੇ ਨੇ ਮੂਰਖਤਾਈ ਨੂੰ। ਆਪ ਜੀ ਕੋਈ ਮੂਰਖ ਨਹੀਂ ਹੈ। ਆਪ ਜੀ ਮੂਰਖਤਾਈ ਤੋਂ ਰਹਿਤ ਹੋ। ਆਪ ਜੀ ਅਗਿਆਨ ਤੋਂ ਰਹਿਤ ਹੋ। ਆਪ ਜੀ ਧੂਤੇ ਕਹਿੰਦੇ ਨੇ ਧੂੜ ਪਾਣ ਤੋਂ ਰਹਿਤ ਹੋ। ਜਿਵੇਂ ਗੱਡੀਆਂ ਚੱਲਦੀਆਂ ਨੇ, ਧੂੜ ਪੈਂਦੀ ਹੈ,
ਆਪ ਜੀ ਕਿਸੇ ਦੇ ਧੂੜ ਨਹੀਂ ਪਾਉਂਦੇ, ਆਪ ਜੀ ਧੂੜ ਪਾਣ ਤੋਂ ਰਹਿਤ ਹੋ। ਸੱਚੇ ਪਾਤਸ਼ਾਹ ਜੀ ਆਪ ਜੀ ਤਾਂ ਅਗਿਆਨ ਨੂੰ ਮੇਟਣ ਵਾਲੇ ਹੋ, ਅਗਿਆਨ ਤੋਂ ਰਹਿਤ ਹੋ, ਧੂਤੇ ਬਿਪਤਾ ਤੋਂ ਰਹਿਤ ਹੋ। ਸਗੋਂ ਜਿਹੜਾ ਆਪ ਜੀ ਦੇ ਨਾਲ ਜੁੜਦਾ ਹੈ ਉਹਨੂੰ ਵੀ ਬਿਪਤਾ ਤੋਂ ਰਹਿਤ ਕਰ ਦਿੰਦੇ ਹੋ। ਆਪ ਤਾਂ ਹੀ ਨਮਸਕਾਰ ਹੈ। ਨਮਸਤੰ ਆਪੂਤੇ ਭੂਤੇ ਪ੍ਰਿਥਵੀ ਆਦਿਕ ਤੱਤਾਂ ਦੇ ਕਾਰਜ ਤੋਂ ਆਪ ਜੀ ਰਹਿਤ ਹੋ। ਆਪ ਜੀ ਭੈ ਤੋਂ ਰਹਿਤ ਹੋ, ਕਿਉਂਕਿ ਇੱਥੇ ਇਕੱਲੇ ਇਕੱਲੇ ਅੱਖਰ ਵਿੱਚੋਂ ਅਰਥ ਕੱਢਿਆ ਜਾਂਦਾ ਹੈ। ਮਹਾਂਪੁਰਖ ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਉਹ ਅਰਥ ਕਰਿਆ ਕਰਦੇ ਨੇ। ਭੂਤੇ, ਭੂਤੇ ਸਰੀਰ ਨੂੰ ਵੀ ਕਹਿੰਦੇ ਨੇ। ਆਪ ਜੀ ਸਰੀਰਾਂ ਤੋਂ ਰਹਿਤ ਹੋ, ਬਲਕਿ ਸਾਰੇ ਸਰੀਰਾਂ ਵਿੱਚ ਆਪ ਜੀ ਆਏ ਹੋਏ ਹੋ। ਆਪ ਜੀ ਅਚਰਜ ਹੋ। ਭੂਤੇ ਆਪ ਜੀ ਭੈ ਤੋਂ ਰਹਿਤ ਹੋ। ਆਪ ਤਾਂ ਹੀ ਨਮਸਕਾਰ ਹੈ। ਨਮਸਤੰ ਆਲੋਕੇ ਅਲੋਕੇ ਕਹਿੰਦੇ ਨੇ ਦੇਖਣਾ। ਆਪ ਜੀ ਅਚਰਜ ਹੋ, ਆਪ ਜੀ ਦ੍ਰਿਸ਼ਟਮਾਨ ਹੋ। ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਵੀ ਕਰ ਰਹੇ ਹਾਂ। ਆਪ ਜੀ ਦ੍ਰਿਸ਼ਟਮਾਨ ਵੀ ਹੋ, ਅਲੋਕੇ ਤੇ ਦਿਖਣ ਤੋਂ ਰਹਿਤ ਵੀ ਹੋ। ਆਪ ਜੀ ਨੂੰ ਦੇਖ ਵੀ ਸਕਦੇ ਹਾਂ ਸਾਰੇ ਪਾਸੇ, ਤੇ ਦਿਖਣ ਤੋਂ ਰਹਿਤ ਵੀ ਹੋ। ਆਪ ਜੀ, ਆਪ ਜੀ ਨੂੰ ਕੋਈ ਦੇਖ ਵੀ ਨਹੀਂ ਸਕਦਾ। ਲੋਕੇ ਕਹਿੰਦੇ ਨੇ ਜਿਵੇਂ ਆਮ ਸੰਸਾਰ ਹੈ, ਲੋਕ ਨੇ। ਆਪ ਜੀ ਇਹਨਾਂ ਲੋਕਾਂ ਤੋਂ ਰਹਿਤ ਹੋ, ਬਲਕਿ ਸਾਰਿਆਂ ਲੋਕਾਂ ਵਿੱਚ ਆਪ ਜੀ ਆਏ ਹੋਏ ਹੋ। ਅਲੋਕੇ ਆਪ ਜੀ 14 ਲੋਕਾਂ ਤੋਂ ਰਹਿਤ ਹੋ, ਜਿਵੇਂ 7 ਪਤਾਲ ਨੇ, 7 ਆਕਾਸ਼ ਨੇ। ਇਹਨਾਂ ਲੋਕਾਂ ਤੋਂ ਆਪ ਜੀ ਰਹਿਤ ਵੀ ਹੋ, ਤੇ ਸਾਰਿਆਂ ਵਿੱਚ ਆਪ ਜੀ ਆਏ ਹੋਏ ਹੋ, ਵਿਆਪਕ ਵੀ ਹੋ। ਲੋਕੇ ਦਾ ਅਰਥ ਹੈ ਪ੍ਰਕਾਸ਼ ਰੂਪ। ਆਪ ਜੀ ਪ੍ਰਕਾਸ਼ ਰੂਪ ਹੋ। ਆਪ ਤਾਂ ਹੀ ਸੱਚੇ ਪਾਤਸ਼ਾਹ ਜੀਓ ਨਮਸਕਾਰ ਹੈ। ਲੋਕੇ ਦਾ ਅਰਥ ਹੈ ਲੁਕਣਾ। ਆਪ ਜੀ ਲੁਕਣ ਤੋਂ ਰਹਿਤ ਹੋ। ਆਪ ਜੀ ਨੂੰ ਕਿਸੇ ਤੋਂ ਲੁਕ ਕੇ ਨਹੀਂ ਰਹਿਣਾ ਪੈਂਦਾ। ਆਪ ਜੀ ਹੈ ਐਸੇ ਪਰਮਾਤਮਾ। ਆਪ ਤਾਈ ਨਮਸਕਾਰ ਹੈ। ਨਮਸਤੰ ਅਸੋਕੇ ਅਸੋਕੇ ਸੁੱਕਣ ਤੋਂ ਰਹਿਤ ਹੋ। ਅਸੋਕੇ ਆਪ ਜੀ ਨੂੰ ਕੋਈ ਸੋਕ ਨਹੀਂ ਸਕਦਾ। ਐਸੇ ਪਰਮਾਤਮਾ ਆਪ ਤਾਈ ਨਮਸਕਾਰ ਹੈ। ਨਮਸਤੰ ਨਿਰਤਾਪੇ ਨਿਰਤਾਪੇ ਜਿਵੇਂ ਆਪਾਂ ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਜੋ ਤਿੰਨੇ ਤਾਪ ਨੇ, ਆਦਿ ਬਿਆਦਿ ਤੇ ਉਪਾਧੀ, ਆਪ ਜੀ ਇਹਨਾਂ ਤੋਂ ਰਹਿਤ ਹੋ। ਆਦਿ ਜੋ ਮਨ ਦੇ ਰੋਗ ਹੁੰਦੇ ਨੇ, ਜਿਵੇਂ ਹਰਖ ਸੋਗ ਆਦਿ ਹੋ ਗਿਆ। ਕਿਸੇ ਨੂੰ ਕੋਈ ਮਨ ਦਾ ਰੋਗ ਚਿੰਤਾ ਲੱਗ ਗਈ। ਬਿਆਦਿ ਜਿਵੇਂ ਸਰੀਰਕ ਰੋਗ ਹੁੰਦੇ ਨੇ, ਕਿਸੇ ਨੂੰ ਬਿਮਾਰੀ ਲੱਗ ਗਈ ਜਾਂ ਰੋਗ ਲੱਗ ਗਿਆ ਜਾਂ ਫੋੜਾ ਫਿਨਸੀ ਹੋ ਗਈ। ਤੇ ਉਪਾਧੀ ਕਹਿੰਦੇ ਨੇ ਜਿਵੇਂ ਕੋਈ ਬਾਹਰੋਂ ਕੋਈ ਦੁੱਖ ਦਿੰਦਾ ਹੈ, ਕਿਸੇ ਨੇ ਡਾਂਗ ਡੂਸਾ ਮਾਰਿਆ ਜਾਂ ਸੋਟਾ ਮਾਰਿਆ ਜਾਂ ਅੰਗ ਹੀ ਕੱਟ ਛੱਡਿਆ ਕਿਸੇ ਨੇ, ਉਹਨੂੰ ਕਹਿੰਦੇ ਨੇ ਉਪਾਧੀ। ਸੱਚੇ ਪਾਤਸ਼ਾਹ ਜੀ ਉਹ ਆਪ ਜੀ ਇਹਨਾਂ ਤਿੰਨਾਂ ਤਾਪਾਂ ਤੋਂ ਰਹਿਤ ਹੋ। ਨਾ ਆਪ ਨੂੰ ਮਨ ਦੇ ਰੋਗ ਹੈ, ਨਾ ਆਪ ਨੂੰ ਸਰੀਰ ਦੇ ਰੋਗ ਹੈ, ਨਾ ਬਾਹਰੋਂ ਕੋਈ ਆਪ 'ਤੇ ਹਮਲਾ ਕਰ ਸਕਦਾ ਹੈ। ਸਗੋਂ ਆਪ ਜੀ ਤਾਂ ਨਿਰਵਿਸ਼ੇਸ਼ ਕਰਕੇ ਇਹਨਾਂ ਤਾਪਾਂ ਨੂੰ ਮਿਟਾਉਣ ਵਾਲੇ ਹੋ। ਨਿਰਤਾਪੇ ਸਗੋਂ ਆਪ ਜੀ ਤਪਾਉਣ ਵਾਲੇ ਹੋ ਸਾਰਿਆਂ ਨੂੰ। ਜਿਵੇਂ ਜੋ ਗਿਆਨੀ ਵਿਦਵਾਨ ਹੁੰਦੇ ਨੇ, ਉਹਨਾਂ ਨੂੰ ਵੀ ਇਹ ਤਾਪ ਲੱਗਿਆ ਰਹਿੰਦਾ ਹੈ। ਪਹਿਲੀ ਗੱਲ ਤਾਂ ਉਹ ਵਿੱਦਿਆ ਦਾ ਅਭਿਆਸ ਕਰੀ ਜਾਂਦੇ ਨੇ। ਦੂਜਾ ਉਹਨਾਂ ਨੂੰ ਡਰ ਰਹਿੰਦਾ ਹੈ, ਸੰਸਾ ਰਹਿੰਦਾ ਹੈ ਕਿ ਸਾਨੂੰ ਕਿਤੇ ਵਿੱਦਿਆ ਭੁੱਲ ਨਾ ਜਾਵੇ। ਤੀਜੀ ਉਹਨਾਂ ਨੂੰ ਮਾਨ ਦੀ ਵਡਿਆਈ ਦੀ ਇੱਛਾ ਰਹਿੰਦੀ ਹੈ ਕਿ ਸਾਰੇ ਸਾਡੀ ਵਡਿਆਈ ਕਰਨ। ਚੌਥਾ ਉਹਨਾਂ ਨੂੰ ਰਹਿੰਦਾ ਹੈ
ਕਿ ਸਾਡੀ ਕੋਈ ਨਿਰਾਦਰੀ ਨਾ ਕਰੇ। ਉਹ ਜੇ ਕਿਸੇ ਨੇ ਨਿਰਾਦਰੀ ਕਰਤੀ ਤਾਂ ਸਾਡਾ ਕੱਖ ਨਹੀਂ ਰਹਿਣਾ। ਮਹਾਰਾਜ ਇਹਨਾਂ ਚੀਜ਼ਾਂ ਤੋਂ ਵੀ ਆਪ ਜੀ ਰਹਿਤ ਹੋ। ਆਪ ਤਾਈ ਮੇਰੀ ਨਮਸਕਾਰ ਹੈ। ਨਮਸਤੰ ਅਥਾਪੇ। ਆਪ ਜੀ ਥਾਪੇ ਜਾਣ ਤੋਂ ਰਹਿਤ ਹੋ। ਆਪ ਜੀ ਨੂੰ ਕੋਈ ਥਾਪ ਨਹੀਂ ਸਕਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਆਪ ਜੀ ਨੂੰ ਕੌਣ ਥਾਪ ਸਕਦਾ ਹੈ? ਆਪਾਂ ਨੂੰ ਤਾਂ ਮਾਤਾ ਪਿਤਾ ਨੇ ਥਾਪਿਆ ਹੈ ਨਾ। ਮਾਤਾ ਪਿਤਾ ਦਾ ਸੰਬੰਧ ਬਣਿਆ, ਆਪਣਾ ਸਰੀਰ ਦਾ ਨਿਰਮਾਣ ਹੋਇਆ, ਤਾਂ ਆਪਾਂ ਜਨਮ ਲਿਆ, ਪੈਦਾ ਹੋਏ। ਪਰ ਉਹ ਪਰਮਾਤਮਾ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਸਗੋਂ ਸਾਰਿਆਂ ਨੂੰ ਥਾਪਣ ਵਾਲਾ, ਬਣਾਉਣ ਵਾਲਾ ਉਹ ਆਪ ਪਰਮਾਤਮਾ ਹੈ। ਹੇ ਪਰਮਾਤਮਾ, ਤੇਰੇ ਤਾਈ ਨਮਸਕਾਰ ਹੈ। ਨਮਸਤੰ ਤ੍ਰਿਮਾਨੇ। ਤਿਰਮਾਨੇ ਜੋ ਤਿੰਨੇ ਦੇਵਤੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ, ਜੋ ਦੇਵਤੇ ਮਨੁੱਖ ਦੈਂਤ, ਇਹ ਵੀ ਤੈਨੂੰ ਮੰਨਦੇ ਨੇ। ਨਮਸਤੰ ਤਿਰਮਾਨੇ, ਇਹ ਵੀ ਤੇਰੇ ਤਾਈ ਨਮਸਕਾਰ ਕਰਦੇ ਨੇ। ਤੇ ਤਿਰਮਾਨੇ, ਸਾਰਿਆਂ ਨੂੰ ਮਾਣ ਦੇਣ ਵਾਲਾ ਵੀ ਤੂੰ ਹੀ ਹੈ। ਤਿੰਨਾਂ ਲੋਕਾਂ ਵਿੱਚ ਸਾਰਿਆਂ ਨੂੰ ਮਾਣ ਦੇਣ ਵਾਲਾ ਵੀ ਤੂੰ ਹੀ ਹੈ। ਤਿਰਮਾਨੇ, ਜੋ ਤਿੰਨ ਦੇਵਤੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼, ਇਹਨਾਂ ਨੂੰ ਵੀ ਮਾਣ ਦੇਣ ਵਾਲੇ ਸੱਚੇ ਪਾਤਸ਼ਾਹ ਜੀਓ ਤੁਸੀਂ ਆਪ ਹੋ। ਤੇ ਤਿੰਨ ਲੋਕ ਹੀ ਤੈਨੂੰ ਮੰਨਦੇ ਨੇ। ਪਤਾਲ, ਧਰਤੀ, ਆਕਾਸ਼, ਇਹਨਾਂ ਵਿੱਚ ਰਹਿਣ ਵਾਲੇ ਤਿੰਨੇ ਹੀ ਲੋਕ ਤੈਨੂੰ ਮੰਨਦੇ ਨੇ। ਤੇਰੇ ਤਾਈਂ ਹੈ ਅਕਾਲ ਪੁਰਖ ਮੇਰੀ ਨਮਸਕਾਰ ਹੈ। ਨਮਸਤੰ ਨਿਧਾਨੇ। ਆਪ ਜੀ ਨਿਧੀਆਂ ਦੇ ਖਜ਼ਾਨੇ ਹੋ, ਘਰ ਹੋ। ਨਿਧਾਨੇ, ਨਿਧਾਨੇ ਕਹਿੰਦੇ ਨੇ ਖਜ਼ਾਨੇ ਨੂੰ। ਤੇ ਨਿਧ ਆਨੇ, ਨਿਧ ਹੋ ਗਈਆਂ 9 ਨਿਧੀਆਂ, ਉਹਨਾਂ ਦੇ ਆਨੇ ਆਪ ਜੀ ਘਰ ਹੋ। ਤੇ ਆਪ ਜੀ ਗੁਣਾਂ ਦੇ ਖਜ਼ਾਨੇ ਹੋ। ਨਿਧ ਕਹਿੰਦੇ ਨੇ ਪਦਾਰਥ ਨੂੰ। ਆਪ ਜੀ ਪਦਾਰਥਾਂ ਦਾ ਘਰ ਹੋ, ਖਜ਼ਾਨਾ ਹੋ। ਆਪ ਤਾਈਂ ਸੱਚੇ ਪਾਤਸ਼ਾਹ ਜੀਓ ਨਮਸਕਾਰ ਹੈ। ਨਮਸਤੰ ਅਗਾਹੇ। ਆਪ ਜੀ ਗ੍ਰਹਿਣ ਕਰਨ ਤੋਂ ਰਹਿਤ ਹੋ। ਗਾਹੇ ਕਹਿੰਦੇ ਨੇ ਜਗ੍ਹਾ ਨੂੰ। ਆਪ ਜੀ ਜਗ੍ਹਾ ਤੋਂ ਵੀ ਰਹਿਤ ਹੋ। ਗਾਹੇ ਕਹਿੰਦੇ ਨੇ ਕਿਸੇ ਨੂੰ ਦਬਾਉਣਾ। ਆਪ ਜੀ ਨੂੰ ਕੋਈ ਦਬਾ ਨਹੀਂ ਸਕਦਾ। ਆਪ ਜੀ 'ਤੇ ਕੋਈ ਦਾਬਾ ਨਹੀਂ ਪਾ ਸਕਦਾ। ਜਿਵੇਂ ਕੋਈ ਤਕੜਾ ਬੰਦਾ ਮਾੜੇ ਬੰਦੇ ਨੂੰ ਦਬਾ ਲੈਂਦਾ ਹੈ ਨਾ, ਇਸੇ ਤਰ੍ਹਾਂ ਆਪ ਨੂੰ ਕੋਈ ਦਬਾ ਨਹੀਂ ਸਕਦਾ। ਜਿਵੇਂ ਕੋਈ ਕਹਿੰਦਾ ਸਾਨੂੰ ਰਾਤ ਨੂੰ ਦਾਬਾ ਪੈਂਦਾ ਹੈ ਜੀ, ਇੱਦਾਂ ਹੁੰਦਾ। ਆਪ ਜੀ ਨੂੰ ਕੋਈ ਦਾਬਾ ਨਹੀਂ, ਨਾ ਆਪ ਨੂੰ ਕੋਈ ਦਬਾ ਸਕਦਾ ਹੈ। ਆਪ ਜੀ ਦਬਾਉਣ ਤੋਂ ਰਹਿਤ ਹੋ। ਵਾ ਗ੍ਰਹਿਣ ਕਹਿੰਦੇ ਨੇ ਪਕੜਨ ਨੂੰ। ਆਪ ਜੀ ਨੂੰ ਕੋਈ ਪਕੜ ਵੀ ਨਹੀਂ ਸਕਦਾ। ਆਪ ਜੀ ਰਹਿਤ ਹੋ। ਜਿਵੇਂ ਆਪਾਂ ਕਿਸੇ ਨੂੰ ਆਕਰਸ਼ਣ ਸ਼ਕਤੀ ਹੁੰਦੀ ਹੈ ਨਾ, ਆਪਣੇ ਵੱਲ ਖਿੱਚੇ ਜਾਂਦੇ ਨੇ। ਜਿਵੇਂ ਚੁੰਬਕ ਲੋਹੇ ਨੂੰ ਆਪਣੇ ਵੱਲ ਖਿੱਚਦੀ ਹੈ, ਐਸੇ ਤਰ੍ਹਾਂ ਸੱਚੇ ਪਾਤਸ਼ਾਹ ਜੀਓ ਆਪ ਜੀ ਆਕਰਸ਼ਣ ਸ਼ਕਤੀ ਨਾਲ ਖਿੱਚੇ ਵੀ ਨਹੀਂ ਜਾਂਦੇ। ਆਪ ਜੀ ਰਹਿਤ ਹੋ। ਰਿੱਧੀਆਂ ਸਿੱਧੀਆਂ ਦੇ ਬਲ ਨਾਲ, ਕੋਈ ਸੂਰਬੀਰਤਾ ਦੇ ਬਲ ਨਾਲ, ਮਨ ਦੇ ਸੰਕਲਪਾਂ ਨਾਲ ਆਪ ਜੀ ਨੂੰ ਪਕੜ ਨਹੀਂ ਸਕਦਾ। ਜੇ ਕੋਈ ਕਹੇ ਮੈਂ ਬਹੁਤ ਤਕੜਾ ਹਾਂ, ਮੈਂ ਪਰਮਾਤਮਾ ਨੂੰ ਫੜ ਲਵਾਂਗਾ, ਕੋਈ ਫੜ ਨਹੀਂ ਸਕਦਾ। ਜੇ ਕੋਈ ਰਿੱਧੀਆਂ ਸਿੱਧੀਆਂ ਵਾਲਾ ਕਹੇ ਮੇਰੇ ਵਿੱਚ ਬੜੀਆਂ ਤਾਕਤਾਂ ਨੇ, ਅਜ਼ਮਤਾਂ ਨੇ, ਕਰਾਮਾਤਾਂ ਨੇ, ਮੈਂ ਪਰਮਾਤਮਾ ਨੂੰ ਵਸ ਵਿੱਚ ਕਰ ਲਵਾਂ, ਪਰ ਕਰ ਨਹੀਂ ਸਕਦਾ। ਗਾਹੇ, ਉਸ ਨੂੰ ਕੋਈ, ਗਾਹੇ ਕਹਿੰਦੇ ਨੇ ਪਕੜਨ ਨੂੰ, ਵਸ ਵਿੱਚ ਨੂੰ ਜਾਂ ਦਬਾਉਣ ਨੂੰ। ਆਪ ਜੀ ਇਹਨਾਂ ਤੋਂ ਮੂਹਰੇ ਐੜਾ ਲੱਗਿਆ ਹੈ, ਰਹਿਤ ਹੋ, ਅਗਾਹੇ ਹੋ। ਆਪ ਜੀ ਨੂੰ ਕੋਈ ਫੜ ਨਹੀਂ ਸਕਦਾ, ਨਾ ਦਬਾ ਸਕਦਾ ਹੈ। ਆਪ ਜੀ ਰਹਿਤ ਹੋ। ਹੇ ਪਰਮਾਤਮਾ, ਆਪ ਤਾਈਂ ਨਮਸਕਾਰ ਹੈ। ਨਮਸਤੰ ਅਵਾਹੇ। ਅਬਾਹੇ ਕਹਿੰਦੇ ਨੇ ਅਧੀਨ ਹੋਣ ਨੂੰ। ਆਪ ਜੀ ਕਿਸੇ ਦੇ ਅਧੀਨ ਵੀ ਨਹੀਂ ਹੁੰਦੇ। ਆਪ ਜੀ ਅਧੀਨ ਹੋਣ ਤੋਂ ਰਹਿਤ ਹੋ। ਬਾਹੇ, ਸਾਰਿਆਂ ਦੇ ਬਾਹੇ ਵਾ ਅਸਥਿਤ ਰੂਪ ਹੋ।
ਆਪ ਜੀ ਸਾਰਿਆਂ ਵਿੱਚ ਆਏ ਹੋਏ ਹੋ। ਹੇ ਪਰਮਾਤਮਾ, ਆਪ ਤਾਈ ਨਮਸਕਾਰ ਹੈ। ਨਮਸਤੰ ਤ੍ਰਿਵਰਗੇ। ਤ੍ਰਿਵਰਗੇ ਕਹਿੰਦੇ ਨੇ ਤ੍ਰਿਗੁਣ ਰੂਪ, ਭਾਵ ਕਿ ਜੋ ਤਿੰਨੇ ਰੰਗ ਨੇ ਉਹਨਾਂ ਦੇ ਧਾਰਨ ਕਰਨ ਵਾਲੇ, ਜਿਵੇਂ ਰਾਜਸੀ, ਤਾਮਸੀ, ਸਾਤਕੀ, ਇਹਨਾਂ ਤਿੰਨਾਂ ਰੰਗਾਂ ਦੇ ਲੋਕਾਂ ਦੇ ਆਪ ਹੋ। ਭਾਵ ਕਿ ਆਪ ਹੀ ਇਹਨਾਂ ਰੰਗਾਂ ਨੂੰ ਬਣਾਉਣ ਵਾਲੇ ਹੋ। ਆਪ ਜੀ ਨੇ ਹੀ ਇਹਨਾਂ ਰੰਗਾਂ ਨੂੰ ਬਣਾਇਆ ਹੈ। ਤੇ ਜੋ ਬ੍ਰਹਮਾ ਹੈ 4 ਮੂੰਹਾਂ ਵਾਲਾ, ਵਿਸ਼ਨੂੰ ਜੋ 4 ਹੱਥਾਂ ਵਾਲਾ ਹੈ, ਸ਼ਿਵ ਜੀ ਜੋ 5 ਮੂੰਹਾਂ ਵਾਲਾ ਹੈ, ਸੱਚੇ ਪਾਤਸ਼ਾਹ ਜੀ ਆਪ ਜੀ ਇਹਨਾਂ ਦੇ ਵੀ ਮਾਲਕ ਹੋ। ਇਹ ਤਿੰਨੇ ਆਪ ਜੀ ਨੂੰ ਨਮਸਕਾਰਾਂ ਕਰਦੇ ਨੇ। ਨਮਸਤੰ ਤ੍ਰਿਵਰਗੇ। ਇਹ ਜੋ ਤਿੰਨੇ ਨੇ ਬ੍ਰਹਮਾ, ਵਿਸ਼ਨੂੰ, ਮਹੇਸ਼, ਇਹ ਵੀ ਆਪ ਜੀ ਨੂੰ ਨਮਸਕਾਰਾਂ ਕਰਦੇ ਨੇ। ਹੇ ਪਰਮਾਤਮਾ, ਮੇਰੀ ਵੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਸਰਗੇ। ਨਮਸਤੰ ਅਸਰਗੇ। ਆਪ ਜੀ ਸੰਸਾਰ ਤੋਂ ਰਹਿਤ ਹੋ। ਆਪ ਜੀ ਮੁਕਤ ਰੂਪ ਹੋ। ਆਪ ਜੀ ਨੂੰ ਜਨਮ ਨਹੀਂ ਲੈਣਾ ਪੈਂਦਾ, ਸੰਸਾਰ ਵਿੱਚ ਆਉਣਾ ਨਹੀਂ ਪੈਂਦਾ। ਆਪ ਜੀ ਮੁਕਤ ਰੂਪ ਹੋ। ਆਪ ਦਾ ਹੀ ਮੇਰੀ ਨਮਸਕਾਰ ਹੈ। ਨਮਸਤੰ ਪਰਭੋਗੇ। ਆਪ ਜੀ ਭੋਗਣ ਤੋਂ ਪਰੇ ਹੋ। ਵਾ ਕਾਲ ਕਰਕੇ ਆਪ ਜੀ ਨਾ ਖਾਧੇ ਜਾਣ ਵਾਲੇ ਹੋ। ਆਪ ਜੀ ਨੂੰ ਕਾਲ ਨਹੀਂ ਭਖਣ ਕਰ ਸਕਦਾ, ਕਾਲ ਨਹੀਂ ਖਾ ਸਕਦਾ। ਆਪਾਂ ਤਾਂ ਸਾਰੇ ਕਾਲ ਦੇ ਵਸ ਹੈ ਨਾ। ਕਿਸੇ ਨੂੰ ਮੌਤ ਆ ਗਈ, ਕਾਲ ਨੇ ਫੜ ਲਿਆ, ਖਾ ਲਿਆ, ਕਾਲ ਨੇ ਜਮਾਂ ਦੇ ਵਸ ਪੈ ਗਿਆ। ਪਰ ਆਪ ਜੀ ਇਹਨਾਂ ਚੀਜ਼ਾਂ ਤੋਂ ਰਹਿਤ ਹੋ। ਆਪ ਜੀ ਤਾਂ ਕਾਲ ਨੂੰ ਬਣਾਉਣ ਵਾਲੇ ਹੋ। ਵਿਸ਼ੇਸ਼ ਕਰਕੇ ਸਾਰਿਆਂ ਦੇ ਸਰਬ ਵਿੱਚ ਭੋਗਣ ਦਾ, ਹੋਰਾਂ ਦਾ ਭੋਗ ਪਾਉਣ ਵਾਲੇ ਆਪ ਜੀ ਹੋ। ਪਰ ਭੋਗੇ ਆਪ ਜੀ ਭੋਗਾਂ ਤੋਂ, ਵਿਸ਼ੇ ਵਿਕਾਰਾਂ ਤੋਂ, ਪਦਾਰਥਾਂ ਤੋਂ ਆਪ ਜੀ ਰਹਿਤ ਹੋ। ਆਪ ਤਾਈ ਮੇਰੀ ਨਮਸਕਾਰ ਹੈ। ਨਮਸਤੰ ਸੋ ਜੋਗੇ। ਆਪੀ ਨੈ ਭੋਗ ਭੋਗ ਕੈ ਹੋਏ ਭਸ ਮੜ ਭੌਰ ਸਿਧਾਇਆ। ਜਦੋਂ ਜੀਵ ਦਾ ਅੰਤਮ ਸਮਾਂ ਆਉਂਦਾ ਹੈ ਨਾ, ਜਿਵੇਂ ਭੌਰ ਉਡਾਰੀ ਮਾਰਦਾ ਹੈ, ਉਵੇਂ ਫਿਰ ਉੱਡ ਜਾਂਦਾ ਹੈ ਜੀਵ। ਪਦਾਰਥਾਂ ਕਰਕੇ, ਆਪ ਦੀ ਭੋਗਾਂ ਕਰਕੇ ਆਪ ਦੀ ਕੋਈ ਸਮਾਪਤੀ ਨਹੀਂ ਕਰ ਸਕਦਾ। ਜਿਵੇਂ ਭੋਗ ਨੇ ਸ਼ਬਦ, ਸਪਰਸ਼, ਰਸ, ਰੂਪ, ਗੰਧ। ਕਿਸੇ ਨੂੰ ਸਰੀਰ ਦਾ ਸਪਰਸ਼ ਜਾਂ ਰੂਪ ਦੇਖੀ ਜਾਣਾ ਜਾਂ ਸੁਗੰਧੀਆਂ ਲਈ ਜਾਣੀਆਂ, ਇਹ ਜੋ 5 ਦੋਸ਼ ਨੇ, ਪਰ ਭੋਗੇ ਮਹਾਰਾਜ ਆਪ ਇਹਨਾਂ ਤੋਂ ਵੀ ਰਹਿਤ ਹੋ। ਆਪ ਜੀ ਭੋਗਾਂ ਵਿੱਚ ਨਹੀਂ ਆਉਂਦੇ। ਆਪ ਤਾਈ ਨਮਸਕਾਰ ਹੈ। ਨਮਸਤੰ ਸੋ ਜੋਗੇ। ਸੋ ਕਹਿੰਦੇ ਨੇ ਭਲੀ ਪ੍ਰਕਾਰ ਨੂੰ। ਨਮਸਤੰ ਸੋ ਜੋਗੇ। ਸੋ ਭਲੀ ਪ੍ਰਕਾਰ ਸਾਰਿਆਂ ਵਿੱਚ ਆਪ ਜੀ ਜੁੜੇ ਹੋਏ ਹੋ। ਵਾ ਨਮਸਤੰ ਸੋ ਜੋਗੇ। ਜੋ ਯੋਗਾ ਅਭਿਆਸੀ ਨੇ, ਯੋਗ ਕਰਦੇ ਨੇ, ਆਪ ਜੀ ਯੋਗ ਵਿੱਚ ਜੁੜੇ ਹੋਏ ਹੋ। ਆਪ ਜੀ ਯੋਗ ਦੀ ਉਹਦੀ ਰੂਪ ਹੋ। ਸਾਰਿਆਂ ਨੂੰ ਯੋਗ ਬਖਸ਼ਣ ਵਾਲੇ ਵੀ ਹੋ। ਯੋਗੇ ਜਿਵੇਂ ਇਹ ਯੋਗ ਮੰਨਿਆ ਗਿਆ ਹੈ, ਜਿਵੇਂ ਹਠ ਯੋਗ ਹੋ ਗਿਆ, ਇਤਿਆਦਿਕ ਯੋਗ ਹੁੰਦੇ ਨੇ। ਸੱਚੇ ਪਾਤਸ਼ਾਹ ਜੀਓ, ਆਪ ਜੀ ਇਹਨਾਂ ਯੋਗਾਂ ਵਿੱਚ ਵੀ ਜੋੜੇ ਹੋਏ ਹੋ। ਨਮਸਤੰ ਸੋ ਜੋਗੇ। ਸੋ ਭਲੀ ਪ੍ਰਕਾਰ ਆਪ ਤਾਈ ਨਮਸਕਾਰ ਹੈ। ਨਮਸਤੰ ਅਰੰਗੇ। ਜਿਵੇਂ ਰੰਗ ਹੁੰਦੇ ਨਾ, ਆਪ ਜੀ ਮੋਹ ਤੇ ਰੰਗ ਤੋਂ ਰਹਿਤ ਹੋ। ਆਪ ਜੀ ਸਰੀਰਕ ਰੰਗਾਂ ਤੋਂ ਵੀ ਰਹਿਤ ਹੋ। ਜਿਵੇਂ ਕਾਂ ਦਾ ਕਾਲਾ ਰੰਗ ਹੁੰਦਾ ਹੈ, ਇਤਿਆਦਿਕ ਰੰਗ ਹੁੰਦੇ ਨੇ ਨਾ। ਕਿਸੇ ਦਾ ਰੰਗ ਗੋਰਾ, ਕਿਸੇ ਦਾ ਕਾਲਾ, ਕਿਸੇ ਦਾ ਸਾਵਲਾ ਜਿਹਾ ਰੰਗ ਹੁੰਦਾ ਹੈ। ਆਪ ਜੀ ਇਹਨਾਂ ਰੰਗਾਂ ਤੋਂ ਸੱਚੇ ਪਾਤਸ਼ਾਹ ਜੀ ਉਹ ਰਹਿਤ ਹੋ। ਜਿਵੇਂ ਆਪਾਂ ਨੇ ਨਿਰਗੁਣ ਸਰੂਪ ਵਿੱਚ ਸਰਵਣ ਕਰਨਾ ਕੀਤਾ ਸੀ ਨਾ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ।
ਕਿ ਉਹਦਾ ਕੋਈ ਰੰਗ ਦੱਸ ਨਹੀਂ ਸਕਦਾ ਕਿ ਉਸਦਾ ਕਿਵੇਂ ਦਾ ਰੰਗ ਹੈ, ਕਿਉਂਕਿ ਉਹ ਪ੍ਰਕਾਸ਼ ਸਰੂਪ ਹੈ, ਨਿਰਗੁਣ ਸਰੂਪ ਹੈ। ਉਹਦਾ ਰੰਗ ਕਿਹੜਾ ਦੱਸ ਸਕਦਾ ਹੈ। ਆਪ ਜੀ ਅਰੰਗੇ ਹੋ, ਭਾਵ ਕਿ ਸਾਰੇ ਰੰਗਾਂ ਵਿੱਚ ਆਪ ਜੀ ਆਏ ਹੋਏ ਵੀ ਹੋ, ਸਾਰੇ ਰੰਗਾਂ ਨੂੰ ਆਪ ਜੀ ਬਣਾਉਣ ਵਾਲੇ ਵੀ ਹੋ। ਆਪ ਤਾਈ ਨਮਸਕਾਰ ਹੈ। ਨਮਸਤੰ ਅਭੰਗੇ। ਭੰਗੇ ਬਿਘਨਾਂ ਤੋਂ ਰਹਿਤ ਹੋ, ਭੰਨਣ ਤੋਂ ਰਹਿਤ ਹੋ। ਭੰਗ ਕਹਿੰਦੇ ਨੇ ਨਾਸ਼ ਕਰਨ ਨੂੰ। ਆਪ ਜੀ ਨਾਸ਼ ਹੋਣ ਤੋਂ ਰਹਿਤ ਹੋ, ਬਲਕਿ ਸਾਰਿਆਂ ਨੂੰ ਭੰਨਣ ਵਾਲੇ ਹੋ। ਆਪ ਤਾਈ ਨਮਸਕਾਰ ਹੈ। ਨਮਸਤੰ ਅਗੰਮੇ। ਆਪ ਜੀ ਵੇਦਾਂ ਸ਼ਾਸਤਰਾਂ ਦੀ ਗਮਤਾ ਤੋਂ ਰਹਿਤ ਹੋ। ਆਪ ਜੀ ਤਾਈਂ ਕੋਈ ਪੁੱਜ ਨਹੀਂ ਸਕਦਾ। ਆਪ ਜੀ ਅਗੰਮ ਸਰੂਪ ਹੋ। ਜੋ ਮਨ ਦੇ ਸੰਕਲਪ ਨੇ, ਮਨ ਦੇ ਸੰਕਲਪਾਂ ਦਾ ਆਪ ਜੀ ਵਿਸ਼ਾ ਨਹੀਂ। ਵਾਹ ਮਨ ਕਰਕੇ ਆਪ ਜੀ ਨੂੰ ਨਮਸਕਾਰ ਹੋਵੇ। ਜੇ ਕੋਈ ਕਹੇ ਕਿ ਮੈਂ ਪਰਮਾਤਮਾ ਤੱਕ ਪੁੱਜ ਸਕਦਾ ਹਾਂ, ਮੈਂ ਉਸ ਦੀ ਗਮਤਾ ਨੂੰ ਪਾ ਸਕਦਾ ਹਾਂ, ਜਾਣ ਸਕਦਾ ਹਾਂ, ਪਰ ਆਪ ਜੀ ਨਮਸਤੰ ਅਗੰਮੇ। ਆਪ ਜੀ ਗਮਤਾ ਤੋਂ ਰਹਿਤ ਹੋ। ਆਪ ਤੱਕ ਕੋਈ ਪਹੁੰਚ ਨਹੀਂ ਸਕਦਾ। ਆਪ ਤਾਈਂ ਹੈ ਸੱਚੇ ਪਾਤਸ਼ਾਹ ਜੀਓ ਮੇਰੀ ਨਮਸਕਾਰ ਹੈ। ਨਮਸਤਸਤ ਰੰਮੇ। ਨਮਸਤਸਤ ਰੰਮੇ। ਨਮਸਕਾਰ ਅਸਤ ਹੈ ਜੋ ਰਾਮ। ਰੰਮੇ ਕਹਿੰਦੇ ਨੇ ਰਮਿਆ ਹੋਇਆ ਹੈ। ਜੋ ਪਰਮਾਤਮਾ ਸਾਰਿਆਂ ਵਿੱਚ ਰਮਿਆ ਹੋਇਆ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਜੋ ਸਾਰੇ ਪਾਸੇ ਜੋ ਰਮਿਆ ਹੋਇਆ ਪਰਮਾਤਮਾ ਹੈ, ਜੋ ਸਰੂਪ ਹੈ, ਜੋ ਰਮਿਆ ਹੋਇਆ ਸਾਰੇ ਪਾਸੇ, ਐਸੇ ਪਰਮਾਤਮਾ ਤਾਈ ਨਮਸਕਾਰ ਹੈ। ਨਮਸਤੰ ਜਲਾਸਰੇ। ਜੋ ਜਲਾਂ ਦਾ ਵੀ ਆਸਰਾ ਰੂਪ ਹੈ। ਜਲ ਆਸਰੇ। ਜੋ ਜਲਾਂ ਦਾ ਵੀ ਆਸਰਾ ਰੂਪ ਪਰਮਾਤਮਾ ਹੈ, ਜੋ ਸਾਰਿਆਂ ਦਾ ਆਸਰਾ ਰੂਪ ਹੈ, ਜੋ ਜਲ ਆਦਿਕ ਤੱਤਾਂ ਦਾ, ਪੰਜਾਂ ਤੱਤਾਂ ਦਾ ਆਸਰਾ ਰੂਪ ਹੈ। ਹੇ ਪਰਮਾਤਮਾ ਆਪ ਤਾਈ ਨਮਸਕਾਰ ਹੈ। ਨਮਸਤੰ ਨਿਰਾਸਰੇ। ਆਪ ਜੀ ਦਾ ਕੋਈ ਆਸਰਾ ਵੀ ਨਹੀਂ ਹੈ। ਆਪ ਜੀ ਆਸਰੇ ਤੋਂ ਰਹਿਤ ਹੋ। ਆਪ ਜੀ ਕਿਸੇ ਦੇ ਆਸਰੇ ਨੂੰ ਨਹੀਂ ਤੱਕਦੇ। ਹੁਣ ਆਪਣਾ ਆਸਰਾ, ਬੱਚੇ ਦਾ ਆਸਰਾ ਉਹਦੇ ਮਾਤਾ ਪਿਤਾ ਹੁੰਦੇ ਨੇ। ਆਪਾਂ ਰੱਬ ਦਾ ਆਸਰਾ ਰੱਖਦੇ ਹਾਂ, ਪਰਮਾਤਮਾ ਦਾ ਆਪਾਂ ਆਸਰਾ ਰੱਖਦੇ ਹਾਂ, ਪਰ ਜੋ ਪਰਮਾਤਮਾ ਹੈ ਉਹ ਆਸਰੇ ਤੋਂ ਰਹਿਤ ਹੈ। ਉਹ ਕਿਸੇ ਦਾ ਆਸਰਾ ਨਹੀਂ ਤੱਕਦਾ, ਬਲਕਿ ਸਾਰਿਆਂ ਦਾ ਆਸਰਾ ਰੂਪ ਪਰਮਾਤਮਾ ਆਪ ਹੈ। ਨਮਸਤੰ ਅਜਾਤੇ। ਅਜਾਤੇ। ਉਹ ਜਾਤੀ ਤੋਂ ਰਹਿਤ ਹੈ। ਪਰਮਾਤਮਾ ਦੀ ਕੋਈ ਜਾਤੀ ਨਹੀਂ ਹੈ। ਜਿਵੇਂ ਆਪਾਂ ਕਹਿੰਦੇ ਫਲਾਣਾ ਫਲਾਣੀ ਜਾਤ ਦਾ ਹੈ, ਉਹ ਨੀਵੀਂ ਜਾਤ ਦਾ ਹੈ, ਉਹ ਉੱਚੀ ਜਾਤ ਦਾ ਹੈ, ਉਹ ਤਰਖਾਣ ਹੈ, ਉਹ ਲੁਹਾਰ ਹੈ, ਉਹ ਜਾਤਾਂ ਤੋਂ ਰਹਿਤ ਹੈ। ਜਾਤੇ। ਜਾਤੇ ਕਹਿੰਦੇ ਨੇ ਜਾਣਾ। ਉਹ ਮਰ ਕੇ ਵੀ ਨਹੀਂ ਜਾਂਦਾ ਪਰਮਾਤਮਾ। ਆਪਾਂ ਤਾਂ ਜਾਤੇ ਹਨ। ਕਿਸੇ ਨੇ ਜਨਮ ਲਿਆ ਤੇ ਮਰ ਕੇ ਚਲੇ ਗਏ। ਉਹ ਪਰਮਾਤਮਾ ਮਰ ਕੇ ਕਿਤੇ ਨਹੀਂ ਜਾਉਂਦਾ। ਉਹ ਆਉਣ ਜਾਣ ਤੋਂ ਪਰਮਾਤਮਾ ਰਹਿਤ ਹੈ। ਨਮਸਤੰ ਅਜਾਤੇ। ਬਲਕਿ ਸਾਰਿਆਂ ਵਿੱਚ ਉਹ ਆਇਆ ਹੋਇਆ ਹੈ, ਐਸਾ ਜੋ ਪਰਮਾਤਮਾ ਹੈ। ਨਮਸਤੰ ਅਪਾਤੇ। ਉਸ ਦੀ ਕੋਈ ਪਾਤ ਵੀ ਨਹੀਂ ਹੈ। ਆਪਾਂ ਨੇ ਜਿਵੇਂ ਨਿਰਗੁਣ ਸਰੂਪ ਦੀ ਜਦੋਂ ਸਤਿਗੁਰਾਂ ਨੇ ਜਦੋਂ ਸੋਝੀ ਪਾਈ, ਜਦੋਂ ਆਪਾਂ ਨੇ ਸਰਵਣ ਕਰਨਾ ਕੀਤਾ ਸੀ ਨਾ, ਕਿ ਉਸ ਦੀ ਨਾ ਕੋਈ ਜਾਤ ਹੈ ਨਾ ਕੋਈ ਪਾਤ ਹੈ। ਜਾਤਾਂ ਵਿੱਚੋਂ ਅੱਗੇ ਪਾਤਾਂ ਨਿਕਲਦੀਆਂ ਨੇ। ਆਪ ਜੀ ਪਾਤ ਤੋਂ ਰਹਿਤ ਹੋ। ਜੋ ਪੰਕਤੀਆਂ ਸ਼੍ਰੇਣੀਆਂ ਤੋਂ ਆਪ ਜੀ ਰਹਿਤ ਹੋ। ਵਿਸ਼ੇਸ਼ ਕਰਕੇ ਸਭ ਨੂੰ ਨਾਸ਼ ਕਰਨ ਵਾਲੇ ਹੋ ਤੇ ਕਾਲਣ ਕੇ ਕਾਲ ਹੋ। ਪਾਤ ਜਿਵੇਂ ਪੰਕਤੀਆਂ ਸ਼੍ਰੇਣੀਆਂ ਅੱਗੇ ਤੋਂ ਅੱਗੇ ਬਣੀਆਂ ਹੁੰਦੀਆਂ ਨੇ ਨਾ,
ਜਿਵੇਂ ਕੋਈ ਜੱਟ ਹੈ ਤਾਂ ਜੱਟ ਵਿੱਚ ਵੀ ਅੱਗੇ ਸ਼੍ਰੇਣੀਆਂ ਬਣੀਆਂ ਹੁੰਦੀਆਂ ਨੇ। ਜਿਵੇਂ ਕੋਈ ਹੋਰ ਜਾਤ ਦਾ ਹੈ, ਜਿਵੇਂ ਕੋਈ ਬ੍ਰਾਹਮਣ ਹੈ ਤਾਂ ਉਹਨਾਂ ਵਿੱਚ ਵੀ ਅੱਗੇ ਤੋਂ ਅੱਗੇ ਸ਼੍ਰੇਣੀਆਂ ਬਣੀਆਂ ਹੁੰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਇਹਨਾਂ ਪਾਤਾਂ ਤੋਂ ਵੀ ਰਹਿਤ ਹੋ। ਪਾਤੇ ਆਪ ਜੀ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਆਪ ਜੀ ਸਗੋਂ ਸਾਰਿਆਂ ਨੂੰ ਨਾਸ਼ ਕਰਨ ਵਾਲੇ ਆਪ ਜੀ ਹੋ। ਆਪ ਜੀ ਕਾਲ ਦਾ ਵੀ ਕਾਲ ਕਰਨ ਵਾਲੇ ਹੋ। ਆਪ ਦਾ ਹੀ ਨਮਸਕਾਰ ਹੈ। ਨਮਸਤੰ ਅਮਜਵੇ। ਮਜ਼ਹਬ ਕਹਿੰਦੇ ਨੇ ਧਰਮ ਨੂੰ। ਆਪ ਜੀ ਮਜ਼ਹਬਾਂ ਤੋਂ ਰਹਿਤ ਹੋ। ਸਾਰੇ ਮਜ਼ਹਬਾਂ ਦੇ, ਸਾਰੇ ਧਰਮਾਂ ਦੇ ਪ੍ਰਕਾਸ਼ਕ ਹੋ ਆਪ ਜੀ। ਜਿਵੇਂ ਕੋਈ ਮਜ਼ਹਬ ਕਿਸੇ ਦਾ, ਜਿਵੇਂ ਜੋਗੀ ਹੁੰਦੇ ਨੇ ਜਾਂ ਜਟਾਂ ਰੱਖ ਲਈਆਂ ਜਾਂ ਦੱਤਾਤਰੇయ ਵਰਗਿਆਂ ਨੇ ਕੰਠੀਆਂ ਗਲ ਵਿੱਚ ਪਾ ਲਈਆਂ, ਐਸੇ ਤਰ੍ਹਾਂ ਆਪ ਜੀ ਦਾ ਕੋਈ ਮਜ਼ਹਬ ਨਹੀਂ ਹੈ। ਜਿਵੇਂ ਮੀਆਂ ਜਿਹਦਾ ਸੁੰਨੀ ਸੁੰਨਤ ਕਰਨ ਵਾਲੇ, ਜਿਵੇਂ ਜਨੇਊ ਪਾਉਣ ਵਾਲੇ, ਅਸਾਮ ਸਾਫੀ, ਸਭ ਮਜ਼ਹਬਾਂ ਤੋਂ ਆਪ ਜੀ ਰਹਿਤ ਹੋ। ਕੋਈ ਵਿਸ਼ੇਸ਼ ਕਰਕੇ ਕਹਿ ਨਹੀਂ ਸਕਦਾ ਕਿ ਆਪ ਜੀ ਦਾ ਇੱਕ ਮਜ਼ਹਬ, ਇੱਕ ਧਰਮ ਹੈ, ਬਲਕਿ ਅਮਜ਼ਵੇ, ਸਾਰਿਆਂ ਵਿੱਚ ਆਪ ਜੀ ਆਏ ਹੋਏ ਹੋ। ਮਜ਼ਹਬੇ ਕਹਿੰਦੇ ਨੇ ਧਰਮ ਨੂੰ, ਬਲਕਿ ਆਪ ਜੀ ਸਾਰੇ ਧਰਮਾਂ ਵਿੱਚ ਆਏ ਹੋਏ ਹੋ। ਆਪ ਜੀ ਵਿਆਪਕ ਹੋ। ਆਪ ਜੀ ਸਾਰੇ ਫਿਰਕਿਆਂ ਤੋਂ ਰਹਿਤ ਹੋ। ਸਾਰੇ ਧਰਮਾਂ ਵਿੱਚ ਆਪ ਜੀ ਆਏ ਹੋਏ ਹੋ। ਆਪ ਤਾਈ ਨਮਸਕਾਰ ਹੈ। ਨਮਸਤਸਤ ਅਜਵੇ। ਹੇ ਅਚਰਜ ਰੂਪ ਸੋਭਾ ਵਾਲੇ ਸੱਚੇ ਪਾਤਸ਼ਾਹ, ਆਪ ਤਾਈ ਨਮਸਕਾਰ ਹੈ। ਅਸਤ ਹੈ। ਆਦੇਸੰ ਆਦੇਸੇ। ਨਮਸਕਾਰ ਹੈ, ਨਮਸਕਾਰ ਹੈ। ਹੇ ਆਦੇਸੰ, ਹੇ ਆਦਿ ਰੂਪ ਈਸ਼ਰ, ਆਪ ਤਾਈ ਨਮਸਕਾਰ ਹੈ। ਹੇ ਆਦਿ ਈਸ਼ਰ, ਆਪ ਨੂੰ ਮੇਰੀ ਬਾਰ ਬਾਰ ਆਦੇਸੰ ਆਦੇਸੇ ਨਮਸਕਾਰ ਹੈ। ਨਮਸਤੰ ਅਭੇਸੇ। ਭੇਖਾਂ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ, ਆਪ ਤਾਈ ਨਮਸਕਾਰ ਹੈ। ਨਮਸਤੰ ਨਿਰਧਾਮੇ। ਆਪ ਜੀ ਘਰਾਂ ਤੋਂ ਰਹਿਤ ਹੋ ਨਿਰ। ਵਿਸ਼ੇਸ਼ ਕਰਕੇ ਆਪ ਜੀ ਸਾਰੇ ਧਾਮੇ ਘਰਾਂ ਵਿੱਚ ਆਏ ਹੋਏ ਹੋ। ਵਾਹ ਜੋ 6 ਚੱਕਰ ਨੇ ਉਹਨਾਂ ਤੋਂ ਵੀ ਆਪ ਜੀ ਪੌਣ ਆਦਿਕ ਚੱਕਰਾਂ ਤੋਂ ਰਹਿਤ ਹੋ। ਨਮਸਤੰ ਨਿਰਧਾਮੇ। ਆਪ ਜੀ ਘਰਾਂ ਤੋਂ ਰਹਿਤ ਹੋ, ਬਲਕਿ ਨਿਰਧਾਮੇ, ਸਾਰਿਆਂ ਹੀ ਹਿਰਦੇ ਰੂਪ ਘਰਾਂ ਵਿੱਚ ਆਪ ਜੀ ਆਏ ਹੋਏ ਹੋ। ਆਪ ਤਾਈ ਮੇਰੀ ਨਮਸਕਾਰ ਹੈ। ਨਮਸਤੰ ਨਿਰਬਾਮੇ। ਨਿਰਬਾਮੇ, ਆਪ ਜੀ ਇਸਤਰੀ ਆਦਿ ਤੋਂ ਰਹਿਤ ਹੋ। ਬਾਮੇ ਕਹਿੰਦੇ ਨੇ ਜਿਵੇਂ ਟੇਢ ਤਾਈ ਹੁੰਦੀ ਹੈ, ਜਿਵੇਂ ਕੋਈ ਟੇਢਾ ਚੱਲਦਾ ਹੈ ਨਾ, ਜਿਵੇਂ ਕੋਈ ਟੇਢਾ ਹੁੰਦਾ ਉਹਨੂੰ ਬਾਮਾ ਵੀ ਕਹਿੰਦੇ ਨੇ, ਬਾਮੇ। ਆਪ ਜੀ ਟੇਢ ਤਾਈ ਤੋਂ ਰਹਿਤ ਹੋ। ਆਪ ਜੀ ਕੋਈ ਵਿੱਚ ਕੋਈ ਟੇਢਪੁਣਾ ਨਹੀਂ ਹੈ। ਆਪ ਜੀ ਰਹਿਤ ਹੋ ਨਿਰਬਾਮੇ। ਆਪ ਜੀ ਇਸਤਰੀ ਤੋਂ ਵੀ ਰਹਿਤ ਹੋ। ਬਾਮੇ ਕਹਿੰਦੇ ਨੇ ਸੱਜੇ ਖੱਬੇ ਤੋਂ ਰਹਿਤ ਹੋ। ਜਿਵੇਂ ਹਿੰਦੀ ਵਿੱਚ ਆਪਾਂ ਕਹਿੰਦੇ ਨਾ, ਸੱਜੇ ਨੂੰ ਕਹਿੰਦੇ ਨੇ ਦਾਇਆਂ ਅਤੇ ਖੱਬੇ ਨੂੰ ਕਹਿੰਦੇ ਨੇ ਬਾਇਆਂ। ਜਿਵੇਂ ਆਪਾਂ ਕਿਤੇ ਸੱਜੇ ਖੱਬੇ ਜਾਂਦੇ ਹਾਂ, ਅੱਜ ਕਿਤੇ ਹੋਰ ਲੰਘ ਗਏ, ਕੱਲ੍ਹ ਨੂੰ ਕਿਤੇ ਹੋਰ ਲੰਘ ਗਏ, ਸੱਚੇ ਪਾਤਸ਼ਾਹ ਜੀ ਆਪ ਜੀ ਇਹਨਾਂ ਚੀਜ਼ਾਂ ਤੋਂ ਰਹਿਤ ਹੋ। ਨਿਰਬਾਮੇ, ਟੇਢ ਪੁਣੇ ਤੋਂ ਰਹਿਤ ਹੋ, ਇਸਤਰੀ ਤੋਂ ਰਹਿਤ ਹੋ ਅਤੇ ਸੱਜੇ ਖੱਬੇ ਤੋਂ ਆਪ ਜੀ ਰਹਿਤ ਹੋ। ਸੱਚੇ ਪਾਤਸ਼ਾਹ ਜੀ ਆਪ ਦਾ ਹੀ ਨਮਸਕਾਰ ਹੈ। ਨਮੋ ਸਰਬ ਕਾਲੇ। ਸਭ ਦੇ ਜੋ ਕਾਲ ਰੂਪ ਨੇ, ਸਾਰਿਆਂ ਵਿੱਚ ਜੋ ਆਏ ਹੋਏ ਨੇ, ਆਪ ਦਾ ਹੀ ਨਮਸਕਾਰ ਹੈ। ਨਮੋ ਸਰਬ ਦਿਆਲੇ। ਹੇ ਸਾਰਿਆਂ ਉੱਪਰ ਦਇਆ ਕਰਨ ਵਾਲੇ ਸੱਚੇ ਪਾਤਸ਼ਾਹ ਜੀਓ, ਆਪ ਦਾ ਹੀ ਨਮਸਕਾਰ ਹੈ। ਨਮੋ ਸਰਬ ਰੂਪੇ। ਸਰਬ ਆਕਾਰਾਂ ਵਿੱਚ ਆਪ ਜੀ ਹੋ। ਨਮੋ ਸਰਬ ਰੂਪੇ, ਸਾਰਿਆਂ ਰੂਪਾਂ ਵਿੱਚ ਆਪ ਜੀ ਨੂੰ ਨਮਸਕਾਰ ਹੈ। ਸਾਰਿਆਂ ਰੂਪਾਂ ਵਿੱਚ ਆਪ ਜੀ ਵਿਆਪਕ ਵੀ ਹੋ ਅਤੇ ਜਿੰਨੇ ਵੀ ਆਪ ਜੀ ਦੇ ਰੂਪ ਨੇ, ਜਿੰਨੇ ਵੀ ਆਪ ਜੀ ਨੇ ਰੂਪ ਸਰਗੁਣ ਸਰੂਪ ਵਿੱਚ ਧਾਰੇ ਨੇ ਜਾਂ ਨਿਰਗੁਣ ਸਰੂਪ, ਜਿੰਨੇ ਵੀ ਰੂਪ ਨੇ, ਸੱਚੇ ਪਾਤਸ਼ਾਹ ਜੀਓ ਆਪ ਦਾ ਹੀ ਨਮਸਕਾਰ ਹੈ। ਨਮੋ ਸਰਬ ਭੂਪੇ। ਨਮੋ ਸਰਬ ਭੂਪੇ, ਜਿੰਨੇ ਵੀ ਨਮੋ ਸਰਬ, ਆਪ ਤਾਈ ਮੇਰੀ ਨਮਸਕਾਰ ਹੈ। ਸਰਬ ਰਾਜੇ, ਸਾਰਿਆਂ ਦੇ ਭੂਪੇ। ਭੂਪੇ ਕਹਿੰਦੇ ਨੇ ਰਾਜੇ ਨੂੰ। ਹੇ ਸਾਰਿਆਂ ਦੇ ਰਾਜੇ ਪਰਮਾਤਮਾ, ਭੂ
ਧਰਤੀ ਨੂੰ ਕਹਿੰਦੇ ਨੇ। ਧਰਤੀ ਦੇ ਪ੍ਰਤਪਾਲਕ ਸੱਚੇ ਪਾਤਸ਼ਾਹ ਜੀਓ, ਧਰਤੀ ਦੀ ਪ੍ਰਤਪਾਲਨਾ ਕਰਨ ਵਾਲੇ ਆਪ ਤਾਈ ਮੇਰੀ ਨਮਸਕਾਰ ਹੈ। ਨਮੋ ਸਰਬ ਖਾਪੇ। ਹੇ ਸਾਰਿਆਂ ਦੇ ਥਾਪਣ ਵਾਲੇ, ਜੋ ਆਕਾਸ਼ ਦੀ ਨਿਆਈ ਸਾਰੀ ਥਾਹਾਂ ਵਿੱਚ ਸਾਰੀ ਜਗ੍ਹਾ ਵਿੱਚ ਆਪ ਜੀ ਵਿਆਪਕ ਹੋ, ਆਪ ਤਾਈ ਨਮਸਕਾਰ ਹੈ। ਜਿਵੇਂ ਆਕਾਸ਼ ਸਾਰਿਆਂ ਵਿੱਚ ਵਿਆਪਕ ਹੈ ਨਾ, ਸਾਰੀ ਥਾਵਾਂ ਵਿੱਚ, ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਆਕਾਸ਼ ਹੈ, ਫਲਾਣੀ ਜਗ੍ਹਾ ਆਕਾਸ਼ ਨਹੀਂ ਹੈ। ਜਿਵੇਂ ਆਕਾਸ਼ ਸਾਰਿਆਂ ਵਿੱਚ ਵਰਤਿਆ ਹੋਇਆ ਹੈ, ਨਮੋ ਸਰਬ ਥਾਪੇ, ਆਪ ਜੀ ਸਾਰਿਆਂ ਨੂੰ ਥਾਪਣ ਵਾਲੇ ਵੀ ਹੋ, ਸਾਰਿਆਂ ਨੂੰ ਬਣਾਉਣ ਵਾਲੇ ਵੀ ਹੋ, ਤੇ ਬਣਾ ਕੇ ਸਾਰਿਆਂ ਵਿੱਚ ਆਪ ਜੀ ਆਕਾਸ਼ ਦੀ ਤਰ੍ਹਾਂ ਵਿਆਪਕ ਵੀ ਹੋ। ਹੇ ਸੱਚੇ ਪਾਤਸ਼ਾਹ ਜੀ, ਉਹ ਆਪ ਤਾਈ ਨਮਸਕਾਰ ਹੈ। ਹਾਂਜੀ। ਨਮੋ ਸਰਬ ਖਾਪੇ। ਸਾਰਿਆਂ ਨੂੰ ਖਪਾਉਣ ਵਾਲੇ ਵੀ ਆਪ ਜੀ ਹੋ, ਸਾਰਿਆਂ ਨੂੰ ਨਾਸ਼ ਕਰਨ ਵਾਲੇ ਆਪ ਜੀ ਹੋ, ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਥਾਪੇ। ਸਾਰਿਆਂ ਨੂੰ ਥਾਪਣ ਵਾਲੇ ਬਣਾਉਣ ਵਾਲੇ ਹੋ, ਨਮੋ ਸਰਬ ਕਾਲੇ। ਸਾਰਿਆਂ ਦਾ ਕਾਲ ਕਰਨ ਵਾਲੇ ਹੋ। ਤੇ ਨਮੋ ਸਰਬ ਕਾਲੇ, ਕਾਲੇ ਕਹਿੰਦੇ ਨੇ ਸਮੇਂ ਨੂੰ। ਸਾਰੇ ਸਮਿਆਂ ਵਿੱਚ ਆਪ ਜੀ ਆਏ ਹੋਏ ਹੋ, ਆਪ ਜੀ ਕਾਲਨ ਕੇ ਕਾਲ ਹੋ। ਨਮੋ ਸਰਬ ਪਾਲੇ। ਸਾਰਿਆਂ ਦੀ ਪਾਲਣ ਵਾਲੇ, ਸਾਰਿਆਂ ਦੀ ਪਾਲਣਾ ਕਰਨ ਵਾਲੇ ਆਪ ਜੀ ਹੋ। ਆਪ ਜੀ ਦੀ ਕੋਈ ਪਾਲਣਾ ਨਹੀਂ ਕਰ ਸਕਦਾ, ਬਲਕਿ ਆਪ ਜੀ ਸਾਰਿਆਂ ਨੂੰ ਪਾਲਣ ਵਾਲੇ ਹੋ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਆਪਾਂ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਉਹ ਤਾਂ ਪੱਥਰਾਂ ਵਿੱਚ ਵੀ ਕੀੜਿਆਂ ਨੂੰ ਪਾਲਣ ਵਾਲਾ ਹੈ। ਜਿਵੇਂ ਵੱਡੇ ਮਹਾਂਪੁਰਖ ਸੰਤ ਗਿਆਨੀ ਸੁੰਦਰ ਸਿੰਘ ਜੀ ਜਦੋਂ ਕਿਸੇ ਇਲਾਕੇ ਵਿੱਚ ਗਏ, ਤਾਂ ਉੱਥੇ ਜਦੋਂ ਪੁਲ ਦਾ ਕੰਮ ਚੱਲਦਾ ਸੀ, ਤਾਂ ਜਦੋਂ ਮਜ਼ਦੂਰ ਨੇ ਪੱਥਰ ਭੰਨਿਆ, ਤਾਂ ਪੱਥਰ ਵਿੱਚੋਂ ਕੀੜਾ ਨਿਕਲਿਆ, ਸੈਲ ਵਿੱਚੋਂ। ਉਹਦੇ ਵਿੱਚ ਉਹਨੂੰ ਸ਼ੱਕਰਖੋੜ ਕੀੜਾ ਉਹਨੂੰ ਕਹਿੰਦੇ ਨੇ। ਉਹ ਮਜ਼ਦੂਰ ਨੇ ਜਦੋਂ ਉਹ ਥੋੜ੍ਹੀ ਜਿਹੀ ਚੱਟ ਕੇ ਦੇਖੀ ਤਾਂ ਸ਼ੱਕਰ ਸੀ। ਐਸਾ ਜੋ ਪਰਮਾਤਮਾ ਹੈ, ਜੋ ਜਾਨ ਕੋ ਦੇਤ ਅਜਾਨ ਕੋ ਦੇਤ, ਜੋ ਜੜ ਚੇਤਨ ਸਾਰਿਆਂ ਨੂੰ ਦਿੰਦਾ ਹੈ, ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ, ਧਰਤੀ ਆਕਾਸ਼ ਸਾਰਿਆਂ ਨੂੰ ਜੋ ਦੇਣ ਵਾਲਾ ਹੈ। ਨਮੋ ਸਰਬ ਪਾਲੇ, ਜੋ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀ ਹੈ। ਹੁਣ ਮਾਤਾ ਦੇ ਉਦਰ ਵਿੱਚ ਬੱਚਾ ਪਲਦਾ ਹੈ, ਉੱਥੇ ਕਿਹੜਾ ਆਹਾਰ ਜਾਂਦਾ ਹੈ, ਉੱਥੇ ਕੌਣ ਉਸ ਦੀ ਰੱਖਿਆ, ਕੌਣ ਉਸ ਦੀ ਪਾਲਣਾ ਕਰਦਾ ਹੈ। ਹੇ ਪਰਮਾਤਮਾ, ਸਾਰੀਆਂ ਥਾਵਾਂ ਵਿੱਚ, ਸਾਰੀਆਂ ਜਗ੍ਹਾ ਵਿੱਚ ਆਪ ਜੀ ਸਾਰਿਆਂ ਦੇ ਪਾਲਣਹਾਰ ਹੋ, ਸਾਰਿਆਂ ਦੀ ਆਪ ਜੀ ਪਾਲਣਾ ਕਰਨ ਵਾਲੇ ਹੋ। ਆਪ ਤਾਈ ਮੇਰੀ ਨਮਸਕਾਰ ਹੈ। ਸੋ ਸਮਾਂ ਵੀ ਸੰਪੂਰਨ ਹੋ ਚੁੱਕਾ ਹੈ। ਬਾਕੀ ਵਿਚਾਰ ਆਪਾਂ ਸਤਿਗੁਰਾਂ ਦੀ ਕਿਰਪਾ ਨਾਲ ਕੱਲ੍ਹ ਨੂੰ ਸਰਵਣ ਕਰਨਾ ਕਰਾਂਗੇ। ਸਤਿਗੁਰਾਂ ਅੱਗੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡਿਆਂ ਹਿਰਦਿਆਂ ਵਿੱਚ ਆਪ ਜੀ ਦੀ ਬਾਣੀ ਵਸ ਜਾਵੇ। ਜੋ ਆਪ ਜੀ ਸਾਨੂੰ ਸੋਝੀ ਪਾਉਂਦੇ ਹੋ, ਸਾਡੇ ਹਿਰਦਿਆਂ ਵਿੱਚ ਵੀ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਅਗਿਆਨ ਦਾ ਹਨੇਰਾ ਮਿਟ ਜਾਵੇ ਹਿਰਦਿਆਂ ਵਿੱਚੋਂ। ਐਸੀ ਸਤਿਗੁਰਾਂ ਨੂੰ ਬੇਨਤੀ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਸੀਸੜੀਆਂ, ਜੇ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ